हर गुण सुंदर भगत जना को देवरा करे भगत जना को देवरा करे ही मेरी जात मेरी जात मुराया ही मेरी जात मेरी जात मुराया छिपे के जन्म काहे को आया 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 जो जो नाम हर गुण सुरे जो जो हर गुण सुंदर भगत जना को देवरा करे भगत जना को देवरा करे वाह जी। हाँ जी सहजवीर सिंह जी करिए आरंभ करिए। हाँ जी अंकल। वाह जी। बेनती है जी सारी संगत नूं दसम पातशाह दी दित्ती फतेह गज के अपने सारे घरां 'च बैठ के बुलंद आवाज विच करिए जी वाहिगुरू जी का खालसा वाहिगुरू जी की फतेह। वाह जी। आज सत्संगत फिर सानू मिली है पातशाह ने सानू बख्शी है। आओ पातशाह दा दिलों अंदरों हृदय च धन्नवाद भी करिए शुक्र करिए सच्चे पातशाह दा कि सानू इस संगत नाल जोड़िया है। मैं सारी संगत नूं बेनती करांगा जिन्ने भी असीं 13 परिवार हाज़र हां कि हरेक शनिवार ते ऐतवार जिन्ने भी नौजवान बच्चे जुड़ते हैं वो सारे विचार करनगे जी। शुरू तो लैके अखीर तक सब कुछ उन्हां दी जिम्मेवारी है जी। मैं मनमीन मेटी नूं बेनती करांगा कि आओ जी अज जसमीन दी शायद वारी है कि उन्होंने जाप और श्लोक की सेवा करनी है। आओ जी संभालो जी। मनमीन कौर जी वाहिगुरू जी का खालसा वाहिगुरू जी की फतेह। तो आप सारी संगत का आज इस सवेर की विचार दे विच स्वागत है जी। तो अकाल पुरख की बड़ी बख्शिश है जी कि उन्होंने सानू ये आज सवेर का समा बख्शिया है कि असी उस परमात्मा की वडियाई कर सकीए अते उस परमात्मा के गुणों की विचार कर सकीए। तो आज साडे कोल हाँ जी जसमीन कौर जी ते उन्हां दा परिवार जो आज सारी संगत नू जाप सरवण करवाणगे। सो
सतनाम करता पुरख निर्भय निर्वैर अकाल मूरत अजूनी सैभं गुर प्रसाद एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद वाहेगुरु 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 जी का खालसा वाहेगुरु जी की फतेह। ਵਾਹਿਗੁਰੂ ਜੀ ਕੀ ਫਤਿਹ। ਸੋ ਥੈਂਕ ਯੂ ਸੋ ਮਚ ਜੀ ਕਿ ਇਸ ਪਰਿਵਾਰ ਨੇ ਸਾਨੂੰ ਬੜੇ ਹੀ ਪਿਆਰੇ ਢੰਗ ਨਾਲ ਅੱਜ ਜਾਪ ਰਾਹੀਂ ਉਸ ਪਰਮਾਤਮਾ ਨਾਲ ਜੋੜਿਆ ਹੈ ਜੀ। ਸੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਮਤਲਬ ਥੋੜੇ ਹੀ ਦਿਨਾਂ ਤੋਂ ਭਗਤ ਕਬੀਰ ਜੀ ਦੀ ਬਾਣੀ ਪੜ੍ਹ ਰਹੇ ਹਾਂ। ਭਗਤ ਕਬੀਰ ਜੀ ਦੀ ਬਾਣੀ ਸਕ੍ਰਿਪਚਰਸ ਵਿੱਚ ਇੱਕ ਮਹਾਨ ਰਚਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨੇ ਵੀ ਭਗਤਾਂ ਦੀ ਬਾਣੀ ਹੈ ਉਹ ਆਪਣੇ ਆਪ ਵਿੱਚ ਹੀ ਇੱਕ ਮਹਾਨ ਸ਼ਾਹਕਾਰ ਨੇ। ਕਬੀਰ ਜੀ ਦੇ ਸਲੋਕ ਸਾਨੂੰ ਹਰ ਸਟੈਪ ਤੇ ਇੱਕ ਵੈਲਿਊ ਸਿਖਾਉਂਦੇ ਹਨ। ਹਾਲਾਂਕਿ ਪੂਰੀ ਗੁਰਬਾਣੀ ਹੀ ਫੁੱਲ ਆਫ ਵੈਲਿਊਜ਼ ਹੈ। ਉਹ ਸਾਨੂੰ ਬਹੁਤ ਸਾਰੀਆਂ ਵੈਲਿਊਜ਼ ਸਿਖਾਉਂਦੀ ਹੈ, ਜਿਵੇਂ ਕਿ ਹਿਊਮਿਲਿਟੀ ਭਾਵ ਨਿਮਾਣਾਪਨ, ਗ੍ਰੈਟੀਟਿਊਡ ਭਾਵ ਸ਼ੁਕਰਾਨਾ, ਹਾਰਡ ਵਰਕ ਭਾਵ ਉਦਮ ਕਿਰਤ ਕਰਨਾ ਐਂਡ ਮੈਨੀ ਮੋਰ। ਸੋ ਅਸੀਂ ਦੇਖ ਸਕਦੇ ਹਾਂ ਕਿ ਕਬੀਰ ਜੀ ਵਿੱਚ ਕਿੰਨਾ ਨਿਮਾਣਾਪਨ ਸੀ। ਜਿਵੇਂ ਕਿ ਸਲੋਕ 63 ਵਿੱਚ ਕਬੀਰ ਜੀ ਕਹਿੰਦੇ ਨੇ ਕਿ ਜੇ ਮੈਨੂੰ ਕੋਈ ਪਰਮਾਤਮਾ ਦਾ ਸੇਵਕ ਮਿਲ ਜਾਵੇ ਤਾਂ ਉਸਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖਲ ਹਾਜ਼ਰ ਹੈ। ਸੋ ਅਸੀਂ ਦੇਖ ਸਕਦੇ ਹਾਂ ਕਿ ਕਬੀਰ ਜੀ ਵਿੱਚ ਕਿੰਨੀ ਹਲੀਮੀ ਸੀ। ਕਬੀਰ ਜੀ ਦੀ ਬਾਣੀ ਪੜ੍ਹਦਿਆਂ ਸਾਡੇ ਮਨਾਂ ਵਿੱਚ ਲਗਾਤਾਰ ਇਹੀ ਕੋਸ਼ਿਸ਼ ਚੱਲਦੀ ਹੈ ਕਿ ਸਾਡੇ ਮਨ ਵਿੱਚੋਂ ਹੰਕਾਰ ਦਾ ਨਾਸ਼ ਹੋ ਜਾਵੇ। ਸੋ ਇਸੀ ਲੜੀ ਨੂੰ ਅੱਗੇ ਚਲਾਉਂਦਿਆਂ ਆਈ ਰਿਕੁਐਸਟ ਜਸਮੀਨ ਕੌਰ ਜੀ ਕਿ ਉਹ ਅੱਜ ਦੇ ਸਲੋਕ ਪੜ੍ਹਨ ਅਤੇ ਉਸ ਦੀ ਵਿਚਾਰ ਕਰਨ ਜੀ। हाँ जी। कबीर माटी के हम पुत्र मानस राखे नाम, चार दिवस के पहुने बड बड रूठे नाम। कबीर माटी के हम पुत्र मानस राखे नाम,
चार दिवस के पाहुने बड बड रूंदे छाओ। पद अर्थ पुतरे पुतले राखियो। असल लफ्ज राखियो है। ਇੱਥੇ ਪਾਠ ਦੀ ਚਾਲ ਨੂੰ ਠੀਕ ਰੱਖਣ ਲਈ ਰਾਖਿਓ ਪੜਨਾ ਹੈ। ਪਾਉਣੇ ਪ੍ਰਾਹੁਣੇ ਰੂੰਦੇ ਅਸੀਂ ਮਲਦੇ ਹਾਂ। ਠਾਓ ਥਾਂ ਵੱਡ ਵੱਡ ਵਧੀਕ ਵਧੀਕ ਹੋਰ ਹੋਰ ਮਾਨਸ ਮਨੁੱਖ। ਅਰਥ ਹੈ ਜੀ, ਇਹ ਕਬੀਰ ਅਸੀਂ ਮਿੱਟੀ ਦੀਆਂ ਪੁਤਲੀਆਂ ਹਾਂ। ਅਸੀਂ ਆਪਣੇ ਆਪ ਦਾ ਨਾਮ ਤਾਂ ਮਨੁੱਖ ਰੱਖ ਲਿਆ ਹੈ, ਪਰ ਅਸੀਂ ਮਿੱਟੀ ਦੇ ਹੀ ਪੁਤਲੇ ਹਾਂ, ਕਿਉਂਕਿ ਜਿਸ ਪਰਮਾਤਮਾ ਨੇ ਸਾਡਾ ਇਹ ਪੁਤਲਾ ਸਜਾ ਕੇ ਇਸ ਵਿੱਚ ਆਪਣੀ ਜੋਤ ਪਾਈ ਹੈ, ਉਸ ਨੂੰ ਵਿਸਾਰ ਕੇ ਮਿੱਟੀ ਨਾਲ ਹੀ ਪਿਆਰ ਕਰ ਰਹੇ ਹਾਂ। ਅਸੀਂ ਇੱਥੇ 4 ਦਿਨਾਂ ਲਈ ਪ੍ਰਾਹੁਣੇ ਹਾਂ, ਪਰ ਵਧੀਕ ਵਧੀਕ ਥਾਂ ਮਲਦੇ ਜਾ ਰਹੇ ਹਾਂ। ਨੋਟ, ਜਿਹੜੀ ਸੁਰਤ ਸਾਰਾ ਦਿਨ ਨਿਰਿਆ ਮਲਣ ਵਿੱਚ ਲੱਗੀ ਰਹੇ, ਉਹ ਰਾਤ ਨੂੰ ਸੁੱਤੇ ਪਿਆ ਪ੍ਰਭੂ ਚਰਨਾਂ ਵਿੱਚ ਨਹੀਂ ਲੱਗ ਸਕਦੀ। ਇਸ ਦਾ ਅਰਥ ਹੈ ਜੀ ਕਿ ਅਸੀਂ ਮਿੱਟੀ ਦੇ ਹੀ ਪੁਤਲੇ ਹੈਗੇ ਆ। ਸਾਨੂੰ ਅਸੀਂ ਇੱਕ ਪੁਤਲੇ ਹੈਗੇ ਆ, ਅਸੀਂ ਪਰਮਾਤਮਾ ਦੇ ਪਪੇਟਸ ਹੈਗੇ ਆ ਤੇ ਸਾਨੂੰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ। ਪਰ ਸਾਡੇ ਕੋਲ ਬੜੇ ਹੀ ਥੋੜੇ ਦਿਨਾਂ ਦਾ ਸਮਾਂ ਹੈ। ਸਾਨੂੰ ਪਤਾ ਨਹੀਂ ਹੈ ਅਸੀਂ ਕਦ ਚਲੇ ਜਾਣਾ ਹੈ, ਤੇ ਪਰ ਅਸੀਂ ਐਵੇਂ ਰਹਿੰਦੇ ਹਾਂ ਕਿ ਜਿਵੇਂ ਸਾਡੀ ਹੀ ਮਰਜ਼ੀ ਹੈ ਕਿ ਅਸੀਂ ਜਦੋਂ ਮਰਜ਼ੀ ਜਾ ਸਕਦੇ ਹਾਂ। ਜਿਵੇਂ ਇੱਕ ਫਰਮਾਨ ਹੈ ਜੀ, ਹਮ ਆਦਮੀ ਹੈ ਇੱਕਦਮੀ ਮੋਹਲਤ ਮੌਤ ਨਾ ਜਾਣਾ, ਕਿ ਅਸੀਂ ਹੈਗੇ ਕਿ ਸਾਡਾ ਪਤਾ ਵੀ ਹੈ ਕਿ ਸਾਨੂੰ ਅਗਲਾ ਸਾਹ ਆਣਾ ਹੈ ਕਿ ਨਹੀਂ ਆਣਾ, ਪਰ ਅਸੀਂ ਉਸ ਮੋਹਲਤ ਨੂੰ ਪਛਾਣ ਨਹੀਂ ਪਾ ਰਹੇ ਕਿ ਰੱਬ ਨੇ ਇੰਨਾ ਸਾਨੂੰ ਕੀਮਤੀ ਸਮਾਂ ਦਿੱਤਾ ਹੈ, ਇੰਨੀ ਕੀਮਤੀ ਜਾਨ ਦਿੱਤੀ ਹੈ, ਪਰ ਅਸੀਂ ਉਸ ਜੋਤ ਵਿੱਚ ਪਤਾ ਨਹੀਂ ਹੋਰ ਵਿਕਾਰਾਂ ਵਿੱਚ ਲੱਗੇ ਹੋਏ ਆ ਤੇ ਅਸੀਂ ਉਸ ਸਮੇਂ ਨੂੰ ਸੰਭਾਲ ਨਹੀਂ ਪਾ ਰਹੇ। ਜਿਹੜਾ ਸਾਡੇ ਕੋਲ ਥੋੜਾ ਜਿਹਾ ਹੀ ਸਮਾਂ ਹੈ ਕੀਮਤੀ, ਅਸੀਂ ਉਹਨੂੰ ਸੰਭਾਲੀਏ ਤੇ ਰੱਬ ਦਾ ਨਾਮ ਲਈਏ ਜੀ। ਵਾਹ ਜੀ ਵਾਹ। ਸੋ ਆਪ ਜੀ ਨੇ ਸਾਨੂੰ ਬੜੀ ਸੋਹਣੀ ਵਿਚਾਰ ਦਿੱਤੀ ਹੈ। ਸੋ ਮੈਨੂੰ ਲੱਗਦਾ ਹੈ ਜੀ ਕਿ ਕਬੀਰ ਜੀ ਸਾਨੂੰ ਇਸ ਸ਼ਲੋਕ ਦੇ ਵਿੱਚ ਇਹ ਸਮਝਾਉਂਦੇ ਹੈ ਕਿ ਅਸੀਂ ਯਾਦ ਰੱਖੀਏ ਕਿ ਅਸੀਂ ਇੱਕ ਮੁਸਾਫਿਰ ਬਣ ਕੇ ਆਏ ਹਾਂ, ਭਾਵ ਅਸੀਂ ਇਸ ਜਗਤ ਦੇ ਵਿੱਚ ਥੋੜੇ ਹੀ ਦਿਨਾਂ ਲਈ ਆਏ ਹਾਂ, ਪਰ ਇਹ ਚੀਜ਼ ਜਾਣਦੇ ਹੋਏ ਵੀ ਕਿ ਸਾਡਾ ਸਰੀਰ ਇੱਕ ਦਿਨ ਮਿੱਟੀ ਨਾਲ ਮਿੱਟੀ ਹੋ ਜਾਣਾ ਹੈ, ਪਰ ਅਸੀਂ ਤਾਂ ਵੀ ਪਦਾਰਥਕ ਚੀਜ਼ਾਂ ਨੂੰ ਜੋੜ ਰਹੇ ਹਾਂ। ਸੋ ਇਹਨਾਂ ਚੀਜ਼ਾਂ ਪ੍ਰਤੀ ਸਾਨੂੰ ਆਪਣਾ ਮੋਹ ਤਿਆਗਣਾ ਪਏਗਾ ਤੇ ਅਸੀਂ ਇਹ ਯਾਦ ਰੱਖੀਏ ਕਿ ਅਸੀਂ ਇੱਥੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਆਏ ਹਾਂ ਅਤੇ ਉਸ ਪਰਮਾਤਮਾ ਨਾਲ ਇੱਕਮਿਕ ਹੋਣ ਆਏ ਹਾਂ। ਸੋ ਮੈਨੂੰ ਜੀ ਇਹ ਵਾਲੀ ਵਿਚਾਰ ਸੁਣ ਕੇ ਇੱਕ ਫਰਮਾਨ ਯਾਦ ਆ ਗਿਆ, ਮਾਟੀ ਕੋ ਪਿਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੌੜਿਓ ਫਿਰਤ ਹੈ, ਕਿ ਅਸੀਂ ਇਸ ਤਰ੍ਹਾਂ ਨੱਚ ਰਹੇ ਹਾਂ, ਹੱਸ ਰਹੇ ਹਾਂ, ਦੌੜ ਰਹੇ ਹਾਂ ਜਿਵੇਂ ਅਸੀਂ ਹਮੇਸ਼ਾ ਲਈ ਹੀ ਇਸ ਸੰਸਾਰ ਵਿੱਚ ਰਹਿਣਾ ਹੈ। ਤਾਂ ਜਿਵੇਂ ਇਸ ਸ਼ਲੋਕ ਵਿੱਚ ਕਬੀਰ ਜੀ ਕਹਿੰਦੇ ਨੇ ਕਿ ਅਸੀਂ ਯਾਦ ਰੱਖੀਏ ਕਿ ਅਸੀਂ ਇਸ ਜਗਤ ਦੇ ਵਿੱਚ ਪ੍ਰਾਹੁਣੇ ਬਣ ਕੇ ਆਏ ਹਾਂ। ਸੋ ਹੁਣ ਮੈਂ ਚਾਹਾਂਗੀ ਜੀ ਕਿ ਸੰਗਤ ਦੇ ਵਿੱਚੋਂ ਕਿ ਸਾਰੇ ਮੈਂਬਰਸ, ਸਾਰੀ ਸੰਗਤ ਉਹ ਆਪਣੇ ਇਸ ਸ਼ਲੋਕ ਦੇ ਰਿਲੇਟਡ ਉਹ ਆਪਣੇ ਸਾਡੇ ਨਾਲ ਵਿਊਜ਼ ਸ਼ੇਅਰ ਕਰਨ, ਉਹ ਆਪਣੇ ਵਿਚਾਰ ਸਾਡੇ ਸਾਰੇ ਅੱਗੇ ਰੱਖਣ ਜੀ। ਵੀਰ ਜੀ ਜੇ ਕਿਸੇ ਦਾ ਹੈਂਡ ਰੇਜ਼ ਹੈ ਜੀ ਤਾਂ ਪਲੀਜ਼ ਉਹਨਾਂ ਨੂੰ ਕੰਸੀਡਰ ਕਰ ਲਓ ਜੀ। ਹਾਂਜੀ, ਦਿਵਜੋਤ ਸਿੰਘ ਜੀ ਦਾ ਹੈਂਡ ਰੇਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਸ਼ਲੋਕ ਬਾਰੇ ਹੀ ਸੋਚ ਰਹੇ ਸੀ, ਬਹੁਤ ਅੱਛੀ ਵਿਚਾਰ ਦਿੱਤੀ ਹੈ ਕਿ ਬੇਸਿਕਲੀ ਕਬੀਰ ਜੀ ਇਹਦੇ ਵਿੱਚ ਸਾਨੂੰ ਜਿਹੜੀ ਸ਼ਾਰਟੇਜ ਆਫ ਟਾਈਮ ਹੈ ਉਹ ਵੀ ਰਿਅਲਾਈਜ਼ ਕਰਾ ਰਹੇ ਨੇ, ਬਈ ਅਸੀਂ ਇੱਥੇ ਹਮੇਸ਼ਾ ਵਾਸਤੇ ਨਹੀਂ ਹੈਗੇ, ਅਸੀਂ ਇੱਥੇ ਥੋੜੇ ਚਿਰਾਂ ਵਾਸਤੇ ਹੈਗੇ ਆ, ਤੇ ਬਟ ਅਸੀਂ ਬਲਾਈਂਡ ਹੋ ਕੇ ਕਹਿ ਲਓ ਇਸ ਸੱਚਾਈ ਤੋਂ ਮੂੰਹ ਮੋੜ ਕੇ
ਇਸ ਤਰ੍ਹਾਂ ਅਸਿਊਮ ਕਰਕੇ ਇਸ ਤਰ੍ਹਾਂ ਰਹਿ ਰਹੇ ਹਾਂ ਕਿ ਜਿਵੇਂ ਕਿ ਅਸੀਂ ਇੱਥੇ ਪਰਮਾਨੈਂਟਲੀ ਰਹਿਣਾ ਹੈ। ਤੇ ਜਿਹੜਾ ਵਰਡ ਹੈ ਰੂੰਦੇ ਠਾਓ, ਇਹਦਾ ਮਤਲਬ ਕਿ ਵੀ ਅਸੀਂ ਮੱਲੀ ਜਾ ਰਹੇ ਹਾਂ ਹੋਰ ਜਗ੍ਹਾ। ਕਹਿ ਲਓ ਵੱਡਾ ਘਰ ਲੈ ਲਿਆ, ਪਲਾਟ ਲੈ ਲਿਆ, ਮਤਲਬ ਅਸੀਂ ਬਸ ਆਪਣਾ ਇੱਥੇ ਪਸਾਰਾ ਪਾਈ ਜਾਂਦੇ ਹਾਂ, ਬਟ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਆਪ ਇੱਥੇ ਥੋੜੇ ਚਿਰਾਂ ਵਾਸਤੇ ਹਾਂ। ਤੇ ਜਿਹੜੀ ਅਸੀਂ ਪਿਛਲੇ ਵਾਰੀ ਵਿਚਾਰ ਕੀਤੀ ਸੀ ਕਿ ਪੋਮੋਡੋਰੋ ਟਾਈਮਰ ਜਿਹੜੀ ਅੱਜ ਕੱਲ ਟੈਕਨੀਕ ਆਈ ਹੈ, ਉਹ ਟੈਕਨੀਕ ਇਹ ਕਹਿੰਦੀ ਹੈ ਕਿ ਟਾਈਮ ਮੈਨੇਜਮੈਂਟ ਕਿਸ ਤਰ੍ਹਾਂ ਕਰੀਏ। ਕਿਉਂਕਿ ਹੁਣ ਜਿਵੇਂ ਵਰਕ ਫਰਮ ਹੋਮ ਕਰ ਰਹੇ ਹਾਂ ਅਸੀਂ ਸਾਰੇ, ਤੇ ਸਾਡੇ ਕੋਲ ਬੜਾ ਟਾਈਮ ਹੈ। ਸਵੇਰੇ ਉੱਠਦਿਆਂ ਲੱਗਦਾ ਬਹੁਤ ਹੀ ਟਾਈਮ ਹੈ, ਮਤਲਬ ਆਰਾਮ ਨਾਲ ਥੋੜਾ ਜਿਹਾ ਟਾਈਮ ਵੇਸਟ ਕਰ ਦਿੰਦੇ ਆ, ਥੋੜਾ ਇੱਧਰ ਉੱਧਰ ਨੈਟ ਤੇ ਦੇਖ ਲਿਆ। ਅਸੀਂ ਭੁੱਲ ਜਾਂਦੇ ਆ ਕਿ ਐਕਚੁਅਲੀ ਸ਼ਾਰਟੇਜ ਹੈ। ਜਦੋਂ ਸ਼ਾਮ ਆਉਂਦੀ ਫੇਰ ਲੱਗਦਾ ਹਾਂ ਸਾਰਾ ਦਿਨ ਬੀਤ ਗਿਆ, ਮੈਂ ਤਾਂ ਕੁਝ ਕੀਤਾ ਨਹੀਂ, ਮਤਲਬ ਬਾਅਦ ਚ ਪਛਤਾਵਾ ਹੁੰਦਾ ਹੈ। ਤੇ ਉਹ ਜਿਹੜੀ ਟੈਕਨੀਕ ਹੈ ਟਾਈਮ ਮੈਨੇਜਮੈਂਟ ਦੀ, ਉਹ ਕਹਿੰਦੀ ਹੈ ਕਿ ਤੁਸੀਂ ਆਪਣੇ ਪਹਿਲੇ ਤਾਂ ਸਮੇਂ ਨੂੰ ਛੋਟੇ ਛੋਟੇ ਹਿੱਸਿਆਂ 'ਚ ਵੰਡ ਲਓ। ਤੇ ਉਹ ਉਸ ਕੇਸ ਵਿੱਚ ਉਹ ਕਹਿੰਦੇ ਨੇ 25 ਮਿੰਟ ਦਾ ਕਹਿ ਲਓ ਸਲੋਟ ਮੰਨ ਲਓ। ਤੇ ਜਦੋਂ 25 ਮਿੰਟ ਦਾ ਸਲੋਟ ਸ਼ੁਰੂ ਕਰਦੇ ਹੋ ਤੇ ਇੱਕ ਪੁੱਠੀ ਕਹਿ ਲਓ ਟਾਈਮਰ ਸ਼ੁਰੂ ਹੋ ਜਾਂਦਾ ਹੈ, ਪੁੱਠੀ ਘੜੀ ਸ਼ੁਰੂ ਹੋ ਜਾਂਦੀ ਹੈ, ਉਹ ਦੱਸਦੀ ਰਹਿੰਦੀ 25 24 23। ਮਤਲਬ ਤੁਸੀਂ ਜੋ ਦੇਖਦੇ ਹੋ ਤੁਹਾਨੂੰ ਲੱਗਦਾ ਉਹ ਮਤਲਬ ਯੂ ਫੀਲ ਕਿ ਦੇਰ ਇਜ਼ ਅ ਸ਼ਾਰਟੇਜ, ਟਾਈਮ ਘਟਦਾ ਪਿਆ ਹੈ। ਤੇ ਮਤਲਬ ਇਹ ਜਦੋਂ ਅਸੀਂ ਰਿਅਲਾਈਜ਼ ਕਰਦੇ ਹਾਂ ਵੀ ਟਾਈਮ ਘਟ ਰਿਹਾ ਹੈ, ਤੇ ਤਾਂ ਹੀ ਅੱਜ ਕੱਲ ਉਹ ਟੈਕਨੀਕ ਬੜੀ ਪਪੂਲਰ ਹੈ ਵੀ, ਕਿਉਂਕਿ ਉਸ ਨਾਲ ਪ੍ਰੋਡਕਟਿਵਿਟੀ ਵੱਧ ਜਾਂਦੀ ਹੈ। ਫਿਰ ਸਾਨੂੰ ਯਾਦ ਰਹਿੰਦਾ ਕਿ ਨਹੀਂ ਜੀ ਇੰਨਾ ਹੀ ਟਾਈਮ ਸੀ ਤੇ ਹੁਣ ਉਹ ਘਟਦਾ ਜਾ ਰਿਹਾ ਹੈ। ਸਾਡੇ ਕੋਲ ਜਿਹੜਾ ਰਿਮੇਨਿੰਗ ਸਮਾਂ ਹੈ ਜਿਹੜਾ ਰਹਿ ਗਿਆ ਉਹ ਬਹੁਤ ਘੱਟ ਹੈਗਾ। ਤੇ ਆਈ ਥਿੰਕ ਸਾਡਾ ਟੇਕ ਅਵੇ ਇਹਦੇ ਵਿੱਚੋਂ ਇਹੀ ਹੈਗਾ ਸਲੋਕ ਵਿੱਚ ਕਿ ਅਸੀਂ ਉਹ ਜਿਹੜਾ ਟਾਈਮ ਦੀ ਸਕੈਰਸਿਟੀ ਹੈ ਉਹਨੂੰ ਧਿਆਨ ਰੱਖੀਏ, ਉਹਨੂੰ ਧਿਆਨ ਵਿੱਚ ਰੱਖ ਕੇ ਅਸੀਂ ਆਪਣੇ ਬਾਕੀ ਦੇ ਕੰਮ ਕਰੀਏ। ਜਿਵੇਂ ਜਿਵੇਂ ਕਹਿੰਦੇ ਨਾ ਕੋਈ ਚੀਜ਼ ਪਰਮਾਨੈਂਟ ਨਹੀਂ ਹੈਗੀ, ਮਿੱਟੀ ਦੀ ਚੀਜ਼ ਖਤਮ ਹੋਣਾ ਹੀ ਹੋਣਾ ਹੈ। ਲਾਈਕਵਾਈਜ਼ ਕਬੀਰ ਜੀ ਸਾਨੂੰ ਵੀ ਕਹਿ ਰਿਹਾ ਸੀ ਵੀ ਮਿੱਟੀ ਦੇ ਵਿੱਚ, ਜਿਵੇਂ ਤੁਸੀਂ ਬੜਾ ਅੱਛਾ ਐਕਸਪਲੇਨ ਕੀਤਾ ਪਹਿਲੇ, ਮਿੱਟੀ ਦੇ ਵਿੱਚ ਹੀ ਅਸੀਂ ਉਹਦੇ ਵਿੱਚ ਹੀ ਰਲ ਜਾਣਾ। ਮਾਨਸ ਰਾਖਿਓ ਨਾ ਹੋ, ਬਟ ਇੱਥੇ ਜਦੋਂ ਗੁਰੂ ਸਾਹਿਬ ਕਬੀਰ ਜੀ ਕਹਿੰਦੇ ਆ ਕਿ ਮਾਨਸ, ਫਿਰ ਉਦੋਂ ਸਾਨੂੰ ਇੱਕ ਨਾ ਰਿਮਾਈਂਡਰ ਦਿੰਦੇ ਆ ਤੇਰਾ ਮਾਨਸ ਰਾਖਿਓ ਨਾ ਹੋ, ਤੇ ਤੂੰ ਮਾਨਸ ਵਾਲੇ ਕੰਮ ਵੀ ਕਰੀਏ ਅਸੀਂ, ਮਾਨਸ ਰਾਖਿਓ ਨਾ ਹੋ। ਤੇ ਜਿਵੇਂ ਅਸੀਂ ਬੜਾ ਅੱਛਾ ਜੈਸਮੀਨ ਕੌਰ ਜੀ ਨੇ ਵੀ ਦੱਸਿਆ, ਤੁਸੀਂ ਵੀ ਦੱਸਿਆ ਕਿ ਸਾਡਾ ਮਨੋਰਥ ਕੀ ਹੈਗਾ ਇੱਥੇ ਆਉਣ ਦਾ। ਮਨੋਰਥ ਇਹੀ ਹੈ ਭਈ ਪ੍ਰਾਪਤ ਮਾਨੁਖ ਦੇ ਹਰੀਆ, ਮਾਨੁਖ ਇਹ ਵੀ ਮਾਨਸ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਆਈ ਥਿੰਕ ਜਦੋਂ ਗੁਰੂ ਸਾਹਿਬ ਸਾਨੂੰ ਕਹਿੰਦੇ ਅਸੀਂ ਮਾਨਸ ਹੈਗੇ ਤੇ ਅਸੀਂ ਮਾਨਸ ਵਾਲੇ ਕੰਮ ਕਰੀਏ। ਫਿਰ ਰਿਮਾਈਂਡਰ ਵੀ ਹੈਗਾ, ਫਿਰ ਮਾਨਸ ਵਾਲੇ ਕੰਮ ਕਰੀਏ ਕਿ ਸਾਡੇ ਦਿਵਸ ਬਹੁਤ ਥੋੜਾ ਟਾਈਮ ਹੈ, ਵੀ ਡੋਂਟ ਨੋ ਕਦੋਂ ਸਾਡਾ ਟਾਈਮ ਆ ਜਾਏ, ਰਾਈਟ। ਇਹ ਵੀ ਨਹੀਂ ਪਤਾ ਕਿ ਅਸੀਂ ਹਲੇ 40 ਸਾਲ ਜੀਣਾ ਹੈ, 40 ਦਿਨ ਜੀਣਾ ਹੈ, 40 ਮਿੰਟ ਜੀਣਾ ਹੈ। 4 ਦਿਵਸ ਹੈਗੇ ਆ ਬਸ, ਇਹ ਵੀ ਖਤਮ ਹੋਣ ਵਾਲੇ ਆ ਤੇਰੇ ਕੋਲ। ਜਿਹੜਾ ਤੂੰ ਕੰਮ ਕਰਨ ਲਈ ਆਇਆ ਸੀ ਇਸ ਜਨਮ ਵਿੱਚ, ਉਹ ਕੰਮ ਕਰ ਲੈ, ਸਵਾਰ ਕੇ ਆਪਣਾ ਕੰਮ ਸਵਾਰ ਲੈ ਜੀ। ਵਾਹ ਜੀ ਵਾਹ। ਸੋ ਥੈਂਕ ਯੂ ਸੋ ਮਚ ਜੀ ਕਿ ਤੁਸੀਂ ਇੰਨੀ ਸੋਹਣੀ ਵਿਚਾਰ ਨਾਲ ਸਾਰੀ ਸੰਗਤ ਨੂੰ ਐਨਲਾਈਟਨ ਕੀਤਾ ਹੈ ਜੀ। ਸੋ ਜਿਵੇਂ ਕਿ ਜੀ ਜਲਨਿਤ ਦੀਦੀ ਨੇ ਕਿਹਾ ਕਿ ਜਿਹੜੀ ਸਾਡੀ ਸਕੈਰਸਿਟੀ ਦੀ ਜਿਹੜੀ ਸਾਡੀ ਟਾਈਮ ਦੀ ਸਕੈਰਸਿਟੀ ਹੈ, ਅਸੀਂ ਉਸਨੂੰ ਧਿਆਨ 'ਚ ਰੱਖੀਏ। ਤੇ ਜਿਹੜਾ ਸਾਡਾ ਇੱਥੇ ਆਉਣ ਦਾ ਅਲਟੀਮੇਟ ਪਰਪਸ ਹੈ, ਅਸੀਂ ਕਿਉਂ ਆਏ ਹਾਂ, ਅਸੀਂ ਉਹਨੂੰ ਪੂਰਾ ਕਰੀਏ। ਸੋ ਹੁਣ ਹੋਰ ਕੋਈ ਜੀ ਸੰਗਤ ਦੇ ਵਿੱਚੋਂ ਜੋ ਆਪਣੇ ਵਿਊਜ਼ ਸ਼ੇਅਰ ਕਰਨਾ ਚਾਹੁੰਦਾ ਹੈ ਜੀ, ਉਹ ਪਲੀਜ਼ ਆਪਣਾ ਹੈਂਡ ਰੇਜ਼ ਕਰ ਲਵੇ ਜੀ। ਹਾਂਜੀ, ਜਸਪਾਲ ਅੰਕਲ ਜੀ ਦਾ ਹੈਂਡ ਰੇਜ਼ ਹੈ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ। ਹਾਂਜੀ ਅੰਕਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੇਟਾ ਜੀ, ਇੱਕ ਜਦੋਂ ਵੀ ਅਸੀਂ ਇਹ ਵਿਚਾਰ ਸੁਣਦੇ ਹਾਂ ਹਾਂਜੀ ਕਿ ਮਾਟੀ ਕੇ ਹਮ ਪੁੱਤਰੇ, ਤੇ ਜਿਹੜੀ ਅਖੀਰਲੀ ਤੁਕ ਹੈ ਵੱਡ ਵੱਡ ਰੂੰਦੈ ਠਾਓ, ਮੇਰੇ ਮਨ 'ਚ ਇੱਕ ਕੰਪੈਟਿਵ ਸਟੱਡੀ ਵੀ ਨਾਲ ਚੱਲਦੀ ਹੈ। ਇਹ ਕਬੀਰ ਜੀ ਸਾਨੂੰ ਇਹ ਕਹਿੰਦੇ ਨੇ ਕਿ ਅਸੀਂ 4 ਦਿਨ ਇਸਕੇ ਪਹੁੰਚਣੇ ਕੇ ਲਾਈਫ ਇਜ਼ ਸ਼ਾਰਟ ਲਿਵਡ, ਪਰ ਮੇਰੇ ਮਨ 'ਚ ਕੰਪੈਰੀਜ਼ਨ ਆ ਰਿਹਾ ਸੀ ਕਿ ਹਰ ਹਿਊਮਨ ਮਾਈਂਡ ਅਸੀਂ ਕੀ ਸਿਰਫ ਇੱਕ ਨੈਰੋ ਮਾਈਂਡ ਲੈ ਕੇ ਬੈਠ ਜਾਣਾ ਹੈ। ਪਰ ਮੇਰੇ ਮਨ 'ਚ ਨਾਲ ਆ ਰਿਹਾ ਸੀ, ਪਰ ਜਿਹੜਾ ਜੇ ਅਸੀਂ ਗੁਰਬਾਣੀ ਦੀ ਤੁਕ ਪੜ੍ਹਦੇ ਹਾਂ, ਖੋਜੀ ਉਪਜੈ ਬਾਦੀ ਬਿਨਸੈ, ਜਾਂ ਇਸ ਮਨ ਕੋ ਖੋਜੋ ਭਾਈ
ਜਾਂ ਅਸੀਂ ਸਾਨੂੰ ਜਿਹੜਾ ਤੀਜਾ ਇੱਕ ਹੋਰ ਐਸਪੈਕਟ ਹੈ ਕਿ ਲਾਈਫ ਦੇ ਵਿੱਚ ਉਦਮ ਕਰਨਾ ਹੈ। ਤਾਂ ਮੈਂ ਸੋਚ ਰਿਹਾ ਸੀ ਕਿ ਕਿਤੇ ਅਸੀਂ ਇਸ ਨੂੰ ਕਿਸੇ ਨੈਰੋ ਮਾਈਂਡ ਵਿੱਚ ਤੇ ਨਹੀਂ ਲੈ ਜਾਣਾ ਕਿ ਅਸੀਂ ਲਾਈਫ ਦੇ ਵਿੱਚ ਕੋਈ ਐਂਟਰਪ੍ਰਾਈਜ਼ ਨਹੀਂ ਕਰਨਾ, ਕੋਈ ਰਿਸਰਚ ਨਹੀਂ ਕਰਨੀ। ਤਾਂ ਮੈਂ ਆਪਣੇ ਮਨ 'ਚ ਕੰਪੈਰੀਟਿਵ ਸੋਚ ਰਿਹਾ ਸੀ। ਮੈਂ ਸੋਚ ਰਿਹਾ ਕਿ ਨਹੀਂ, ਇਹ ਤੇ ਸਿਰਫ ਆਦਮੀ ਨੂੰ ਸਿਰਫ ਇਸ ਕਰਕੇ ਕਿਹਾ ਜਾ ਰਿਹਾ ਹੈ, we have to be away from the greed, right? but at the same time ਜਿਹਨੂੰ ਅਸੀਂ ਕਹਿੰਦੇ ਅਸੀਂ ਜਿਹੜੀ ਸਾਡੀ ਲਾਈਫ ਦੇ ਵਿੱਚ ਮੇਜਰ ਜਿਹੜਾ ਪਾਰਟ ਹੈ ਉਹ ਇਕਨੋਮਿਕ ਲਾਈਫ ਹੈ। ਮੈਂ ਕਿ ਬੜੇ ਲੋਕਾਂ ਨੂੰ ਮੈਂ ਇਹ ਸੋਚਦਾ ਡਿਸਕਸ ਕਰਦੇ ਕਹਿੰਦੇ ਜੀ ਜਦੋਂ ਅਸੀਂ ਨੌਵੇਂ ਮਹੱਲੇ ਦੇ ਸ਼ਲੋਕ ਪੜ੍ਹਦੇ ਹਾਂ ਜਾਂ ਕਬੀਰ ਜੀ ਦੇ ਇਸ ਤਰ੍ਹਾਂ ਦੇ ਜਿਹੜੇ ਸ਼ਲੋਕ ਮਨ ਚ ਆਉਂਦੇ ਹਨ, ਤਾਂ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਲਾਈਫ ਸਿਰਫ ਅਸੀਂ ਇੱਕ ਭਗਤੀ ਰੂਪ ਹੀ ਕਰਨਾ ਕਿ ਲਾਈਫ ਕਿਸ ਤਰ੍ਹਾਂ ਵਿਚਰਨਾ ਹੈ। ਤਾਂ ਮੈਂ ਇੱਥੇ ਸਿਰਫ ਕਲੈਰੀਫਾਈ ਕਰਨਾ ਚਾਹੁੰਦਾ ਹਾਂ ਕਿ ਇਹ ਤੇ ਇੱਕ ਸਮਝਾਉਣ ਦਾ ਢੰਗ ਹੈ ਕਿ ਜੇ ਸਭ ਨੂੰ ਰੱਬ ਨੇ ਜਿਹੜੇ ਇਹ ਜ਼ਿੰਦਗੀ ਦਿੱਤੀ, ਅਸੀਂ ਜਦੋਂ ਆਸਾ ਜੀ ਦੀ ਵਾਰ ਦੀ ਗੱਲ ਕਰਦੇ ਹਾਂ, ਸੱਚੇ ਤੇਰੇ ਖੰਡ ਸੱਚੇ ਬ੍ਰਹਮਣ, ਫਿਰ ਜਦੋਂ ਦੁਬਾਰਾ ਇਹ ਗੱਲ ਕਰਦੇ ਹਾਂ ਖੋਜੀ ਉਪਜੈ ਬਾਦੀ ਬਿਨਸੈ ਇਸ ਮਨ ਕੋ ਖੋਜੋ ਭਾਈ। ਮੈਂ ਖੋਜ ਦੀ ਗੱਲ ਇਹ ਕਹਿ ਰਿਹਾ ਸੀ ਕਿ ਅੱਜ ਤੋਂ 3 ਦਿਨ ਪਹਿਲਾਂ ਜਲਨਿਤ ਬੇਟਾ ਜੀ ਦੇ ਇੰਟਰਵਿਊ ਆ ਰਹੀ ਸੀ, ਤਾਂ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਸੀ, the spiritual pursuits is also a step towards scientific original research। ਸੋ ਮੈਂ ਆਪਣੇ ਵਿਊਜ਼ ਇੱਕ ਚੜ੍ਹਦੀ ਕਲਾ ਦੇ ਵਿਊ ਤੇ ਵੀ ਰੱਖ ਰਿਹਾ ਕਿ ਜਿਹੜਾ ਸਾਡਾ ਜੀਵਨ ਹੈ ਜਿਹਨੂੰ ਅਸੀਂ 4 ਦਿਨ ਦੇ ਜੀਵਨ ਚ ਕਹਿੰਦੇ ਹਾਂ, ਅਸੀਂ ਆਪਣੀ ਇਕਨੋਮਿਕ ਲਾਈਫ ਦੇ ਵਿੱਚ ਅਸੀਂ ਇੱਕ ਪ੍ਰਿੰਸੀਪਲਡ ਲਾਈਫ ਹੋਣੀ ਚਾਹੀਦੀ ਹੈ। ਸਾਡੇ ਸੱਚੇ ਸੁੱਚੇ ਕਰਮ ਹੋਣੇ ਚਾਹੀਦੇ ਨੇ। ਅਸੀਂ ਵੈਲਥ ਜਨਰੇਟ ਕਰਨੀ ਹੈ। ਅਸੀਂ ਦੇਖੋ ਮੈਂ ਹੁਣ ਪਰਸੋਂ ਉਸ ਦਿਨ ਇੱਕ ਸਟੋਰੀ ਪੜ੍ਹ ਰਿਹਾ ਸੀ, ਕੈਥੀ ਸੁਲਵਨ ਅਮਰੀਕਾ ਦੀ ਇੱਕ ਐਸਟਰੋਨਾਈਟ ਹੈ, ਉਹਨੂੰ ਪੁੱਛਿਆ ਤੇਰੇ ਲਾਈਫ ਦਾ ਮੋਟਿਵ ਕੀ ਹੈ, but she said in a different way, ਕਹਿੰਦੇ God has given me a life, I will research all the planets, man has conquered only this earth, my view is I will conquer all the planets and see the beauty world created by the God। so ਮੈਂ ਇਹਨੂੰ ਪੋਜ਼ਿਟਿਵ ਵਿਊ ਦੇ ਨਾਲ ਨਾਲ ਸੋਚਦਾ ਹਾਂ ਕਿ ਅਸੀਂ ਸਿਰਫ ਇਸ ਨੂੰ ਨੈਗੇਟਿਵ ਨਹੀਂ ਲੈਣਾ, ਚੜ੍ਹਦੀ ਕਲਾ ਦੀ ਗੱਲ ਕਰਨੀ ਹੈ ਅਸੀਂ, ਤੇ ਅਸੀਂ ਲਾਈਫ ਦੇ ਵਿੱਚ ਲਾਈਫ ਵੈਲਥ ਜਨਰੇਟ ਕਰਨੀ ਹੈ, ਅਸੀਂ ਰਿਸਰਚ ਕਰਨੀ ਹੈ, ਦੂਜਿਆਂ ਦੀ ਲਾਈਫ ਜੀਣੀ ਹੈ। ਸੋ ਮੇਰੇ ਅੱਜ ਦੇ ਜਿਹੜੇ ਅੰਦਰਲੇ ਵਿਚਾਰ ਨੇ ਉਹ ਇਹੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਸੋ ਮੈਂ ਵੀ ਦੇ ਦੇਣੀ ਵਿਚਾਰ ਆਪਣੇ। ਹਾਂਜੀ ਹਾਂਜੀ ਮੈਨੂੰ ਆ ਗਿਆ ਜੀ। ਹਾਂਜੀ ਹਾਂਜੀ ਅੰਕਲ। ਧੰਨਵਾਦ ਬ੍ਰਿਗੇਡੀਅਰ ਸਾਹਿਬ। ਮੈਂ ਜਸਪਾਲ ਵੀਰ ਜੀ ਦੀ ਜਿਹੜੀ ਉਹਨਾਂ ਨੇ ਵਿਚਾਰ ਦਿੱਤੀ ਆ, ਆਹਾ ਮਜ਼ਾ ਆ ਗਿਆ ਜੀ। ਪਰ ਇਹਨਾਂ ਨੇ ਸਾਨੂੰ ਆਪਣੇ ਦਰਸ਼ਨ ਨਹੀਂ ਦਿੱਤੇ, ਇਹਨਾਂ ਦੀ ਜਿਹੜੀ ਮੁਸਕਰਾਉਂਦੀ ਹੋਈ ਫੇਸ ਹੈ ਉਹ ਵੀ ਸਾਨੂੰ ਜ਼ਰੂਰ ਦਿਖਾਇਆ ਕਰੋ ਜੀ। ਤੁਹਾਡੀ ਵੀਡੀਓ ਨਹੀਂ ਸੀ ਚੱਲ ਰਹੀ, ਇਹ ਵੀ ਬਹੁਤ ਇਹਨਾਂ ਦੀ ਦਿਆਨਤਦਾਰੀ ਹੈ ਜੀ, ਜਿਹੜੀ ਇਹਨਾਂ ਨੇ ਸਾਨੂੰ ਬਹੁਤ ਵਧੀਆ ਵਿਚਾਰ ਇਹ ਦਿੱਤੇ ਨੇ ਕਿ ਜੋ ਅੱਜ ਕਬੀਰ ਜੀ ਦਾ ਪਰਸਪੈਕਟਿਵ ਹੈ ਇਹ ਸਾਰਾ ਕੁਝ ਦੇਣ ਦਾ, ਕਿ ਮਾਟੀ ਦੇ ਪੁੱਤਰੇ ਹਾਂ, ਮਾਨਸ ਨਾਮ ਹੈ, 4 ਦਿਨ ਦੇ ਪ੍ਰਾਹੁਣੇ ਹਾਂ, ਤੇ ਬਹੁਤ ਸਾਰੀ ਜਗ੍ਹਾ ਮਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸਾਰੇ ਆਸਪੈਕਟ ਵੀਰ ਜੀ ਨੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਦੱਸਿਆ ਹਨ। ਗੱਲ ਬਿਲਕੁਲ ਠੀਕ ਹੈ। ਬਸ ਸਿਰਫ ਇੱਕ ਵਿਚਾਰ ਦਿਆਂਗਾ ਜੀ ਕਿ ਜੋ ਜਸਪਾਲ ਵੀਰ ਜੀ ਨੇ ਕਿਹਾ ਕਿ ਆਪਣੇ ਲਾਈਫ ਦਾ ਜਿਹੜਾ ਸਾਡਾ ਟੀਚਾ ਹੈ, ਟਾਰਗੇਟ ਹੈ, ਉਹਨੂੰ ਵੀ ਪੂਰਾ ਕਰਨਾ, ਭਾਵੇਂ ਕੁਝ ਵੀ ਹੈ, ਭਾਵੇਂ ਇਕਨੋਮਿਕਸ ਵਾਲੇ ਪਾਸੇ ਹੈ, ਭਾਵੇਂ ਸਾਇੰਸ ਵਾਲੇ ਪਾਸੇ ਹੈ, ਚਾਹੇ ਹਿਊਮੈਨਿਟੀਜ਼ ਵਾਲੇ ਪਾਸੇ ਹੈ, ਜਿਸ ਪਾਸੇ ਮਰਜ਼ੀ ਹੈ, ਉਹ ਤਾਂ ਅਸੀਂ ਪੂਰਾ ਕਰਨਾ ਹੀ ਕਰਨਾ ਹੈ। ਪਰ ਜਿਹੜਾ ਨਾਲ ਸਾਨੂੰ ਕਬੀਰ ਜੀ ਅੱਜ ਕਹਿ ਰਹੇ ਹਨ ਕਿ 4 ਦੇ ਵਨਸ ਕੇ ਪਾਉਣੇ, ਬੜਾ ਪਿਆਰਾ ਸ਼ਬਦ ਹੈ ਜੀ। ਸੱਚਾ ਸ਼ਬਦ ਨਾ ਪਛਾਣਿਓ, ਸੁਪਨੇ ਗਿਆ ਵਿਹਾਏ। ਆਹ ਕਹਿੰਦੇ ਜੀ ਅਸੀਂ ਸ਼ਬਦ ਨਹੀਂ ਪਛਾਣਿਆ, ਸੁਰਤ ਆਪਣੀ ਉਧਰਲੇ ਪਾਸੇ ਨਹੀਂ ਲਾਈ, ਕਿਉਂਕਿ ਸਾਡੀ ਕੰਮ ਸਾਰੇ ਕਰਨੇ ਹਨ ਦੁਨੀਆ ਦੇ, ਤੇ ਪਰ ਸੁਰਤ ਸਾਡੀ ਉੱਥੇ ਟਿੱਕੀ ਰਹਿਣੀ ਚਾਹੀਦੀ ਹੈ। ਕਿਉਂ ਟਿੱਕੀ ਰਹਿਣੀ ਚਾਹੀਦੀ ਹੈ? ਕਬੀਰ ਜੀ ਕਹਿੰਦੇ ਹਨ ਕਿ ਸੁਣਨੇ ਘਰ ਕਾ ਪਾਹੁਣਾ, ਜਿਉਂ ਆਇਆ ਤਿਉਂ ਜਾਏ। ਇਹ ਨਾ ਹੋਵੇ ਕਿ ਅਸੀਂ ਸੁਣਨੇ ਘਰ ਦੇ ਪ੍ਰਾਹੁਣੇ ਬਣ ਕੇ ਰਹਿ ਜਾਈਏ, ਜਿਵੇਂ ਆਈਏ ਉਦਾਂ ਚਲੇ ਜਾਈਏ। ਵਾਹ ਜੀ, ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ। ਸੋ ਥੈਂਕ ਯੂ ਸੋ ਮਚ ਅੰਕਲ ਕਿ ਇਹ ਵਾਲੇ ਸ਼ਲੋਕ ਦਾ ਤੁਸੀਂ ਸਾਨੂੰ ਇੱਕ ਨਵਾਂ ਪਰਸਪੈਕਟਿਵ ਦਿੱਤਾ। ਸੋ ਹੁਣ ਮੈਂ ਰਿਕੁਐਸਟ ਕਰਦੀ ਹਾਂ ਜੀ ਜਸਮੀਨ ਕੌਰ ਜੀ ਨੂੰ ਕਿ ਉਹ ਅਗਲਾ ਸ਼ਲੋਕ ਦੀ ਵੀ ਵਿਚਾਰ ਕਰਨ ਜੀ।
ਇੱਕ ਹੋਰ ਫਰਮਾਨ ਆਂਦਾ ਹੈ ਜੀ, ਹਾਂਜੀ ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸਤੀ ਪਾਈ। ਕਿ ਇਹ ਜਿਹੜੀ ਸਾਡੀ ਪੁਤਲੀ ਹੈ, ਅਸੀਂ ਜਿਹੜੇ ਸਾਡੇ ਪਪੇਟ ਹੈਗੇ ਆ, ਅਸੀਂ ਇਹ ਮਾਇਆ ਦੇ ਬਣੇ ਹੋਏ ਆ। ਅਸੀਂ ਜਿਹੜੇ ਪਦਾਰਥਾਂ ਜਿਹੜੀਆਂ ਹੈ, ਅਸੀਂ ਉਹਨਾਂ ਨੂੰ ਆਪਣਾ ਰੂਪ ਬਣਾ ਲਿਆ ਇੱਕ। ਅਸੀਂ ਮਾਇਆ ਦੇ ਪੁਤਲੇ ਬਣ ਗਏ ਹਾਂ ਤੇ ਵਿੱਚ ਸਾਡੇ ਵਿੱਚ ਹਉਮੈ ਭਰੀ ਹੋਈ ਹੈ, ਸਾਡੀ ਜੋਤ ਵਿੱਚ ਹਉਮੈ ਦੀ ਹੈ। ਪਰ ਅਸੀਂ ਇਹ ਗੱਲ ਸਮਝ ਨਹੀਂ ਪਾਉਂਦੇ ਹਾਂ। ਅਸੀਂ ਜਦ ਸਾਡਾ ਟਾਈਮ ਚਲੇ ਜਾਂਦਾ ਹੈ, ਜਦ ਅਸੀਂ ਰੱਬ ਕੋਲ ਜਾਂਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਕਿ ਮੇਰੇ ਕੋਲ ਟਾਈਮ ਨਹੀਂ ਸੀ, ਮੈਂ ਟਾਈਮ ਇੰਨਾ ਦੇ ਨਹੀਂ ਪਾਇਆ, ਹਨਾ। ਕਿ ਅਸੀਂ ਭੁੱਲ ਜਾਂਦੇ ਹਾਂ ਕਿ ਸਾਡਾ ਅਸਲੀ ਰੀਜ਼ਨ ਕੀ ਹੈ, ਸਾਡਾ ਅਸਲੀ ਮੋਟਿਵ ਕੀ ਹੈ ਇੱਥੇ ਆਉਣ ਦਾ, ਅਸੀਂ ਕਿਉਂ ਆਏ ਹਾਂ। ਹਾਂਜੀ ਬਹੁਤ ਵਧੀਆ ਜੀ। ਵੀਰ ਜੀ ਇੱਕ ਹੈਂਡ ਰੇਜ਼ ਹੈ ਜੀ, ਮਨਜੀਤ ਕੌਰ ਅੰਬਾਲਾ ਤੋਂ ਨਾਮ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਨੇ ਗੱਲ ਕਹੀ ਹੈ, ਬਹੁਤ ਅੱਛੀ ਗੱਲ ਕਹੀ ਹੈ ਕਿ ਬਈ ਅਸੀਂ ਇਸ ਤੋਂ ਨਿਰਾਸ਼ਾਵਾਦੀ ਵਿੱਚ ਨਹੀਂ ਜਾਣਾ ਕਿ ਅਸੀਂ 4 ਦਿਨ ਦੇ ਪਾਉਨੇ ਆ ਤੇ ਅਸੀਂ ਪਰੋਣੇ ਹੈਗੇ 4 ਦਿਨ ਦੇ, ਤੇ ਅਸੀਂ ਜੀਵਨ ਵਿੱਚ ਤਰੱਕੀ ਨਹੀਂ ਕਰਨੀ। ਜੀਵਨ ਵਿੱਚ ਅਸੀਂ ਜਿਹੜਾ ਨਾ, ਜੀਵਨ ਦੇ ਵਿੱਚ ਸਾਰੇ ਕਰਮ ਕਰਨੇ ਆ, ਅਸੀਂ ਤਰੱਕੀ ਕਰਨੀ ਹੈ, ਲੇਕਿਨ ਇੱਕ ਜੋ ਪਰਮਾਤਮਾ ਦਾ ਨਾਮ ਜਪਣ ਵਾਲਾ ਹੈ ਔਰ ਇੱਕ ਸਧਾਰਨ ਮਨੁੱਖ ਹੈ, ਉਹਨਾਂ ਦੋਨਾਂ ਦੇ ਤਰੱਕੀ ਪ੍ਰਾਪਤ ਕਰਨ ਦੇ ਜੋ ਤਰੀਕੇ ਹਨ ਅਲੱਗ-ਅਲੱਗ। ਜਦੋਂ ਇੱਕ ਸਧਾਰਨ ਮਨੁੱਖ ਹੈ ਨਾ, ਤਰੱਕੀ ਵਾਲੇ ਰਸਤੇ ਜਦੋਂ ਤੁਰਦਾ ਹੈ ਨਾ, ਉਹਦੇ ਰਸਤੇ ਵਿੱਚ ਅਗਰ ਕੋਈ ਵੀ ਅੜਚਨ ਆਉਂਦੀ ਹੈ ਨਾ, ਉਹ ਕਹਿੰਦਾ ਕਿ ਜਿਵੇਂ ਮਰਜੀ ਇਸ ਤਰ੍ਹਾਂ ਉਸ ਤਰ੍ਹਾਂ, ਮਤਲਬ ਜਾਇਜ਼ ਨਾਜਾਇਜ਼ ਤਰੀਕੇ ਨਾਲ ਮੈਂ ਜਿੱਤ ਹਾਸਲ ਕਰੀ। ਲੇਕਿਨ ਜੋ ਗੁਰਮੁਖ ਹੈ ਨਾ, ਉਹ ਇਸ ਗੱਲ ਨੂੰ ਹਮੇਸ਼ਾ ਧਿਆਨ ਰੱਖੇਗਾ ਕਿ ਮੈਂ ਜਾਇਜ਼ ਤਰੀਕੇ ਨਾਲ ਹੀ ਅੱਗੇ ਵਧਣਾ ਹੈ, ਮੇਰੇ ਤੋਂ ਕੋਈ ਨਜਾਇਜ਼ ਕੰਮ ਨਾ ਹੋਵੇ। ਉਹ ਜਾਇਜ਼ ਤਰੀਕੇ ਨਾਲ ਜੋ ਹੈ ਨਾ ਉਹ ਕਰਦੇ ਹੋਇਆ ਅੱਗੇ ਵਧਦਾ ਹੈ ਔਰ ਉਹਨੂੰ ਪਰਮਾਤਮਾ ਵੀ ਸਾਥ ਦਿੰਦਾ ਹੈ। ਔਰ ਉਹਨੂੰ ਜੋ ਹੈ ਇਸ ਚੀਜ਼ ਨੂੰ, ਮੌਤ ਨੂੰ ਉਹ ਹਮੇਸ਼ਾ ਯਾਦ ਰੱਖਦਾ ਹੈ ਕਿ ਮੈਂ ਮਰਨਾ ਹੈ ਤੇ ਮੈਂ ਜਿਹੜਾ ਕੁਝ ਵੀ ਐਸਾ ਕੰਮ ਨਹੀਂ ਕਰਨਾ ਜੋ ਮੇਰੇ ਗੁਰੂ ਸਾਹਿਬ ਜੀ ਦੇ ਅਸੂਲਾਂ ਤੋਂ ਉਲਟ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਪਾਲ ਅੰਕਲ ਦਾ ਵੀ ਹੈਂਡ ਰੇਜ਼ ਹੈ ਜੀ। ਵਾਹਿਗੁਰੂ ਜੀ, ਬਿਲਕੁਲ ਜੋ ਭੈਣ ਜੀ ਨੇ ਕਿਹਾ ਬਿਲਕੁਲ ਠੀਕ ਗੱਲ ਕਿਹਾ ਕਿ ਮੈਂ ਜਦੋਂ ਕਈ ਵਾਰੀ ਵਿਚਾਰ ਕਰਦੇ ਹਾਂ ਕਿ ਵੱਡਿਆਂ ਦੇ ਨਾਲ, ਬਜ਼ੁਰਗਾਂ ਦੇ, ਉਹ ਕਹਿ ਰਹੇ ਜੀ ਲੋਕਾਂ ਦੇ ਮਨ 'ਚ ਇੱਕ ਨਾ ਭੁਲੇਖਾ ਰਹਿ, ਜੋ ਭੈਣ ਜੀ ਨੇ ਕਿਹਾ ਕਿ ਅਸੀਂ ਲੋਕੀ ਇਸ ਸਲੋਗਨ ਨੂੰ ਪੜ੍ਹ ਕੇ ਅਸੀਂ ਨਿਰਾਸ਼ਾਵਾਦੀ ਨਹੀਂ ਹੋਣਾ। ਜੋ ਭੈਣ ਜੀ ਨੇ ਕਿਹਾ ਹੈ ਕਿ ਲਾਈਫ ਦੇ ਵਿੱਚ ਤੁਸੀਂ ਚਾਹੇ ਅੱਜ ਵਰਲਡ ਦੇ ਵਿੱਚ ਹਰ ਜਗ੍ਹਾ ਇਹੀ ਗੱਲ ਹੈ ਕਿ ਆਦਮੀ ਦੀ, ਆਪਾਂ ਹੁਣ ਵੀ ਦੇਖ ਲਈਏ ਜੋ ਉਸ ਟਾਈਮ ਵੀ, ਆਦਮੀ ਦਾ ਮੇਜਰ ਜਿਹੜਾ ਪਾਰਟ ਹੈ ਸਾਡੀ ਇਕਨੋਮਿਕ ਲਾਈਫ ਹੈ। ਦਾ ਰੀਅਲ ਸਟ੍ਰੈਸਿਸ ਜੋ ਕਬੀਰ ਜੀ ਕਹਿਣਾ ਚਾਹੁੰਦੇ ਹਨ ਜਾਂ ਹੋਰ ਵਿਚਾਰ ਹਨ ਕਿ ਅਸੀਂ ਜਿਹੜੇ ਮੀਨਸ, ਜਿਹੜੇ ਭੈਣ ਜੀ ਨੇ ਕਿਹਾ, ਉਹ ਸਾਡੇ ਫੇਰ ਹੋਣੇ ਚਾਹੀਦੇ ਨੇ ਸਾਡੇ। ਜੇ ਅਸੀਂ ਕੋਈ ਬਿਜ਼ਨਸ ਕਰਦੇ ਹਾਂ, ਕੋਈ ਮੰਨ ਲਓ ਸਾਡਾ ਇੱਕ ਮੈਡੀਕਲ ਪ੍ਰੋਫੈਸ਼ਨ, ਅਸੀਂ ਦੇਖ ਰਹੇ ਹਾਂ ਅੱਜ ਕੱਲ੍ਹ ਕਿਵੇਂ ਇੱਕ ਆਮ ਨਾਰਮਲ ਪੇਸ਼ੈਂਟ ਦੀ ਲਾਈਫ ਨੂੰ ਉਹਦੀ ਕਾਸਟ ਦੇ ਪੁਆਇੰਟ ਤੋਂ ਐਕਸਪਲੋਇਟ ਕੀਤਾ ਜਾ ਰਿਹਾ ਹੈ। ਹੁਣ ਅਸੀਂ ਇਹ ਤੇ ਕਹਿਣਾ ਨਹੀਂ ਕਿ ਡਾਕਟਰ ਬਣਨਾ ਹੈ, ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਸਾਡਾ ਕੋਈ ਵੀ ਲਾਈਫ ਦੇ ਵਿੱਚ ਇਕਨੋਮਿਕ ਐਕਟੀਵਿਟੀ ਹੈ, ਕੋਈ ਮੇ ਬੀ ਅ ਪ੍ਰੋਫੈਸ਼ਨਲ ਡਾਕਟਰ, ਕੋਈ ਮੇ ਬੀ ਅ ਚਾਰਟਰਡ ਅਕਾਊਂਟੈਂਟ, ਕੋਈ ਮੇ ਬੀ ਅ ਬਿਜ਼ਨਸਮੈਨ, ਕੋਈ ਮੇ ਬੀ ਇੰਡਸਟਰੀਅਲਿਸਟ, ਜਿਹੜੀ ਸਾਡਾ ਲਾਈਫ ਦਾ ਇੱਕ ਜਿਹੜਾ, ਜਿਸ ਸਾਨੂੰ ਗੁਰੂ ਮਹਾਰਾਜ ਨੇ ਸਿਰੇ ਸਿਰ ਧੰਦੇ ਲਾਇਆ, ਜਿਸ ਧੰਦੇ ਲਈ ਗੁਰੂ ਮਹਾਰਾਜ ਨੇ ਸਾਨੂੰ ਲਾਇਆ ਹੈ, ਅਸੀਂ ਉਹਦੇ 'ਚ ਐਕਸੈਲ ਵੀ ਕਰਨਾ ਹੈ। ਜੋ ਭੈਣ ਜੀ ਨੇ ਕਹਿਣ ਦਾ ਮਤਲਬ ਇਹ ਸੀ, ਅਸੀਂ ਇਹ ਨਹੀਂ ਕਹਿਣਾ ਵੀ ਆਰਾਮ ਨਾਲ ਸਵੇਰੇ ਉੱਠੇ, ਪਾਠ ਕੀਤਾ, ਫਿਰ ਸੌਂ ਗਏ ਤੇ ਬਸ ਇਸਕੇ ਜੀਵਨ 4 ਦਿਨ ਦਾ ਹੈਗਾ। ਨੋ ਨੋ ਨੋ, we have to conquer the world। ਇੱਥੇ ਸਿਰਫ ਕਹਿਣ ਦਾ ਮਤਲਬ ਬਾਰ-ਬਾਰ ਇਹੀ ਹੈ ਕਿ ਸਾਡੇ ਮੀਨਸ ਬੜੇ ਫੇਰ ਹੋਣੇ ਚਾਹੀਦੇ ਹਨ, ਲਾਈਫ ਐਥੀਕਲ ਹੋਣੀ ਚਾਹੀਦੀ ਹੈ, and there should not be wealth generation and should not be at the cost of exploiting others, it is rather sharing with others। thank you ਭੈਣ ਜੀ, ਤੁਸੀਂ ਮੇਰੇ ਵਿਚਾਰ ਨੂੰ ਹੋਰ ਅੱਗੇ ਲੈ ਕੇ ਗਏ। ਵਾਹ ਜੀ, ਸੋ ਥੈਂਕ ਯੂ ਜੀ। ਸੋ ਜਿੱਥੇ ਸਾਡੇ ਪ੍ਰੋਫੈਸ਼ਨਲ ਤੇ ਐਕੈਡੈਮਿਕ ਹੈਗੇ ਨੇ ਜਿਹੜੇ ਸਾਡੇ ਗੋਲਸ, ਉਹ ਵੀ ਇੰਪੋਰਟੈਂਟ ਹੈ, ਉਹਦੇ ਨਾਲ ਹੀ ਸਾਡੇ ਸਪਿਰਿਚੁਅਲ ਗੋਲਸ ਵੀ ਇੰਪੋਰਟੈਂਟ ਹੈ। ਸੋ ਅਸੀਂ ਇਹ ਸਾਰੀਆਂ ਚੀਜ਼ਾਂ ਅਸੀਂ ਯਾਦ ਰੱਖੀਏ। ਸੋ ਜੇ ਹੋਰ ਕੋਈ ਸੰਗਤ ਦੇ ਵਿੱਚੋਂ ਜੇ ਕੋਈ ਆਪਣੇ ਵਿਊਜ਼ ਸ਼ੇਅਰ ਕਰਨਾ ਚਾਹੁੰਦਾ ਹੈ ਜੀ, ਤਾਂ ਪਲੀਜ਼ ਉਹ ਆਪਣਾ ਹੈਂਡ ਰੇਜ਼ ਕਰ ਸਕਦੇ ਨੇ।
ਹਾਂਜੀ, ਸੋ ਜਸਮੀਨ ਕੌਰ ਜੀ ਤੁਸੀਂ ਅਗਲੇ ਸ਼ਲੋਕ ਦੀ ਵਿਚਾਰ ਕਰਦੇ ਹੋ ਜੀ। कबीर मेहंदी कर कालिया आप पिसाए पिसाए तैसे बात न पूछिए कबू न लाई पाए। कबीर मेहंदी कर कालिया आप पिसाए पिसाए तैसे बात न पूछिए कबू न लाई पाए। ਨੋਟ, ਜ਼ਿੰਦਗੀ ਦੀ ਸਾਰੀ ਦੌੜ ਭੱਜ ਮੱਲਣ ਵਾਸਤੇ ਹੀ ਨਹੀਂ ਚਾਹੀਦੀ, ਪਰ ਦੂਜੇ ਪਾਸੇ ਦੁਨੀਆ ਛੱਡ ਕੇ ਦੁਨੀਆ ਤਪਾਇਆ ਪੁੱਠੇ ਲਟਕਿਆ ਤੇ ਅਜਿਹੇ ਹੋਰ ਅਨੇਕਾਂ ਕਸ਼ਟ ਸਰੀਰ ਨੂੰ ਦਿੱਤਿਆਂ ਵੀ ਰੱਬ ਨਹੀਂ ਮਿਲਦਾ। ਦੁਨੀਆ ਦੀ ਕਿਰਤ ਕਰਨੀ ਹੈ ਤੇ ਹੱਕ ਦੀ ਕਿਰਤ ਕਰਦਿਆਂ ਉਸਦੇ ਦਰ ਤੋਂ ਨਾਮ ਦੀ ਦਾਤ ਵੀ ਮੰਗਣੀ ਹੈ। ਉਸਦੀ ਯਾਦ ਨਿਰੋਲ, ਉਸਦੀ ਯਾਦ ਬਖਸ਼ਿਸ਼ ਹੈ ਬਖਸ਼ਿਸ਼। ਕਿਸੇ ਜਪ ਤਪ ਦਾ ਕੋਈ ਮਾਣ ਨਹੀਂ ਕੀਤਾ ਜਾ ਸਕਦਾ, ਕੋਈ ਹੱਕ ਨਹੀਂ ਜਤਾਇਆ ਜਾ ਸਕਦਾ। ਪਦ ਅਰਥ, ਮਹਿੰਦੀ ਕਰ ਮਹਿੰਦੀ ਵਾਂਗ ਕਾਲਿਆ ਕਾਲ ਮਿਹਨਤ ਕੀਤੀ ਆਪ ਆਪਣੇ ਆਪ ਨੂੰ ਪਿਸਾਏ ਪਿਸਾਏ ਪੀ ਕੇ ਤਪ ਆਦਿਕਾਂ ਦੇ ਕਸ਼ਟ ਦੇ ਕੇ ਸਹਿ ਇਹ ਖਸਮ ਤੈ ਬਾਤ ਨਾ ਪੁੱਛੀਐ। ਤੂੰ ਬਾਤ ਵੀ ਨਾ ਪੁੱਛੀ, ਤੂੰ ਧਿਆਨ ਵੀ ਨਹੀਂ ਕੀਤਾ, ਤੂੰ ਪਰਤ ਕੇ ਤੱਕਿਆ ਵੀ ਨਹੀਂ ਕਦੇ ਵੀ ਨਾ ਲਾਈ ਪਾਈ ਪੈਰੀ ਨਾ ਲਾਈ ਚਰਨਾਂ ਵਿੱਚ ਨਾ ਜੋੜਿਆ। ਜਿਵੇਂ ਪੀਠੀ ਹੋਈ ਮਹਿੰਦੀ ਕੋਈ ਪੈਰਾ ਲਾਉਂਦਾ ਹੈ। ਅਰਥ, ਹੇ ਕਬੀਰ, ਮਹਿੰਦੀ ਪੀ ਕੇ ਬਾਰੀਕ ਕਰੀ ਦੀ ਹੈ ਤੇ ਫਿਰ ਪੈਰੀ ਲਾਈ ਦੀ ਹੈ। ਇਸ ਤਰ੍ਹਾਂ ਮਹਿੰਦੀ ਦੇ ਸਹੇ ਹੋਏ ਕਸ਼ਟ ਮਾਨੋ ਕਬੂਲ ਪੈ ਜਾਂਦੇ ਹਨ, ਪਰ ਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਕਾਲ ਕਾਲੀ, ਜਿਵੇਂ ਮਹਿੰਦੀ ਨੂੰ ਪੀ ਕੇ ਬਾਰੀਕ ਕਰੀਦਾ ਹੈ, हे ਪ੍ਰਭੂ, ਤੂੰ ਉਸਦੀ ਕਾਲ ਕਮਾਈ ਵੱਲ ਤਾਂ ਪਰਤ ਕੇ ਤੱਕਿਆ ਵੀ ਨਹੀਂ, ਤੂੰ ਉਸਨੂੰ ਕਦੇ ਆਪਣੇ ਚਰਨਾਂ ਵਿੱਚ ਨਾ ਜੋੜਿਆ। ਇੱਥੇ ਕਬੀਰ ਜੀ ਕਹਿ ਰਹੇ ਨੇ ਜੀ ਕਿ ਜਿਵੇਂ ਮਹਿੰਦੀ ਨੂੰ ਪੀਸਿਆ ਜਾਂਦਾ ਹੈ, ਫਿਰ ਉਸਦਾ ਮਿਕਸਚਰ ਬਣਾ ਕੇ ਪੈਰਾਂ ਤੇ ਲਾਇਆ ਜਾਂਦਾ ਹੈ, ਤੇ ਉਵੇਂ ਹੀ ਜਿਹੜੇ ਅਸੀਂ ਤਪ ਕਰਦੇ ਹਾਂ, ਅਸੀਂ ਪਾਠ ਕਰਦੇ ਹਾਂ, ਕਈ ਲੋਕ ਪੁੱਠੇ ਲਟਕਦੇ ਨੇ, ਅਸੀਂ ਐਵੇਂ ਸਾਰੇ ਤਪ ਕਰਦੇ ਹਾਂ, ਉਹ ਅਸੀਂ ਇੰਨਾ ਦਰਦ ਸਹਿੰਦੇ ਹਾਂ, ਪਰ ਮਹਿੰਦੀ ਜਿਹੜੀ ਆ ਸਫਲ ਹੋ ਜਾਂਦੀ ਹੈ ਉਹ ਪੈਰਾਂ ਤੇ ਲੱਗ ਕੇ। ਪਰ ਕਬੀਰ ਜੀ ਇੱਥੇ ਕਹਿ ਰਹੇ ਨੇ ਕਿ ਮੈਂ ਤਪ ਕੀਤੇ ਨੇ ਤੇ ਤੂੰ ਮੈਨੂੰ ਦੇਖਿਆ ਵੀ ਨਹੀਂ, ਤੂੰ ਮੇਰੇ ਵੱਲ ਦੇਖਿਆ ਵੀ ਨਹੀਂ, ਤੂੰ ਮੈਨੂੰ, ਪਰਮਾਤਮਾ ਨੂੰ ਕਹਿੰਦੇ ਨੇ ਕਿ ਤੂੰ ਮੈਨੂੰ ਪੁੱਛਿਆ ਵੀ ਨਹੀਂ ਕਿ ਮੈਂ ਤਾਂ ਤੇਰੇ ਪੈਰਾਂ ਦੀ ਧੂੜ ਹੈਗਾ ਹਾਂ, ਕਿ ਮੈਨੂੰ ਆਪਣੇ ਪੈਰਾਂ ਵਿੱਚ ਥਾਂ ਦੇ ਦਿਓ, ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲਓ, ਕਿ ਮੈਂ ਸਿਰਫ ਪੈਰਾਂ ਜੋਗਾ ਹੀ ਹਾਂ। ਤੇ ਉਹ ਇੱਥੇ ਕਿੰਨੇ ਨਿਮਾਣਾਪਨ ਦਿਖਾਉਂਦੇ ਨੇ, ਕਿੰਨੇ ਨਿਮਰਤਾ ਵਿੱਚ, ਕਿ ਮੈਂ ਤਾਂ ਬਿਲਕੁਲ ਰੱਬ ਦੇ ਪੈਰਾਂ ਦੀ ਧੂੜ ਹੀ ਹੈਗਾ ਵਾਂ। ਕਿ ਉਹ ਆਪਣੇ ਆਪ ਨੂੰ, ਉਹ ਇੰਨੇ ਵੱਡੇ ਪੋਇਟ ਸੀਗੇ, ਇੰਨੇ ਵੱਡੇ ਕਵੀ ਸੀਗੇ ਤੇ ਭਗਤ ਸੀਗੇ, ਪਰ ਉਹਨਾਂ ਨੂੰ ਬਿਲਕੁਲ ਵੀ ਹੰਕਾਰ ਨਹੀਂ ਸੀਗਾ ਕਿ ਮੈਂ ਇੰਨਾ ਵੱਡਾ ਵਾਂ। ਤੇ ਉਹ ਆਪਣੇ ਆਪ ਨੂੰ ਬਲਕਿ ਪਰਮਾਤਮਾ ਦੇ ਚਰਨਾਂ ਦੀ ਧੂੜ ਵਾਂਗ ਦੇਖ ਰਹੇ ਨੇ ਕਿ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲੈ, ਕਿ ਅਸੀਂ ਇੰਨੇ ਤਪ ਕਰਦੇ ਹਾਂ ਪਰ ਪਰਮਾਤਮਾ ਤੋਂ ਪੁੱਛਦਾ ਨਹੀਂ। ਤਾਂ ਕਰਕੇ ਕਿ ਮਹਿੰਦੀ ਨੂੰ ਜਿਵੇਂ ਪੀਸਿਆ ਜਾਂਦਾ ਹੈ ਕਿ ਮੈਂ ਵੀ ਇੰਨੇ ਹੀ ਕਸ਼ਟ ਸਹੇ ਨੇ ਤੇ ਮੈਨੂੰ ਵੀ ਤੂੰ ਆਪਣੇ ਚਰਨਾਂ ਵਿੱਚ ਜੋੜ ਲੈ। ਇੱਥੇ ਕਬੀਰ ਜੀ ਸਾਨੂੰ ਦੱਸ ਰਹੇ ਨੇ। ਵਾਹ ਜੀ। ਸੋ ਜਸਮੀਨ ਕੌਰ ਜੀ ਨੇ ਸਾਨੂੰ ਇਹ ਵਾਲੇ ਸ਼ਲੋਕ ਦੀ ਬੜੀ ਪਿਆਰੀ ਵਿਚਾਰ ਦੱਸੀ ਹੈ ਜੀ।
ਸੋ ਮੈਨੂੰ ਲੱਗਦਾ ਹੈ ਜੀ ਕਿ ਜਿਹੜੇ ਉਸ ਟਾਈਮ ਤੇ ਜਿਹੜੇ ਸੁਪਰਸਟੀਸ਼ਨਸ ਹੁੰਦੇ ਸੀ, ਜਿਹੜੇ ਵਹਿਮ ਸੀਗੇ, ਉਹਨਾਂ ਨਾਲ ਰਿਲੇਟ ਕਰਕੇ ਸਾਨੂੰ ਕਬੀਰ ਜੀ ਸਮਝਾਉਂਦੇ ਨੇ। ਹਾਂਜੀ, ਦਿਵਜੋਤ ਸਿੰਘ ਜੀ ਦਾ ਹੈਂਡ ਰੇਜ਼ ਹੈ ਜੀ, ਉਹ ਲੈ ਲਓ ਜੀ ਪਲੀਜ਼। ਹਾਂਜੀ ਜੀ ਪਲੀਜ਼ ਤੁਸੀਂ ਕੰਟੀਨਿਊ ਕਰੋ ਪਲੀਜ਼ ਜੋ ਤੁਸੀਂ ਕਹਿ ਰਹੇ ਸੀ। ਹਾਂਜੀ ਸੋ ਜੀ ਸੋ ਮੈਨੂੰ ਇਹੀ ਲੱਗਦਾ ਕਿ ਜੇ ਅਸੀਂ ਮਹਿੰਦੀ ਦੇਖੀਏ ਤਾਂ ਮਹਿੰਦੀ ਨੂੰ ਬੜੀ ਸਾਰੀ ਪ੍ਰੋਸੈਸ ਨੂੰ ਗੋ ਥਰੂ ਕਰਕੇ ਆਉਣਾ ਪੈਂਦਾ, ਕਿ ਪਹਿਲਾਂ ਪੱਤੇ ਹੁੰਦੇ ਹੈ, ਫਿਰ ਉਹਨੂੰ ਪੀਸਿਆ ਜਾਂਦਾ ਹੈ, ਫਿਰ ਉਹਨੂੰ ਸਾਫ਼ ਕੀਤਾ ਜਾਂਦਾ ਹੈ, ਫਿਰ ਉਸਨੂੰ ਕੱਟਿਆ ਜਾਂਦਾ, ਫਿਰ ਉਸਨੂੰ ਸੁਕਾਇਆ ਜਾਂਦਾ ਹੈ, ਤੇ ਫਿਰ ਸਾਡੇ ਕੋਲ ਜਿਹੜੀ ਅਸੀਂ ਮਹਿੰਦੀ ਘੋਲਦੇ ਹਾਂ ਸਾਡੇ ਕੋਲ ਉਹ ਆਉਂਦੀ ਹੈ। ਤਾਂ ਜਿਹੜਾ ਮਹਿੰਦੀ ਨੂੰ ਕਸ਼ਟ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਮਹਿੰਦੀ ਤਾਂ ਆਪਣਾ ਰੰਗ ਛੱਡ ਦਿੰਦੀ ਹੈ, ਤਾਂ ਉਹ ਮਿਹਨਤ ਤਾਂ ਸਫਲ ਹੋ ਗਈ। ਬਟ ਜਿਹੜਾ ਵਿਅਕਤੀ ਹੈ, ਪਰ ਜਿਹੜਾ ਸੰਸਾਰਿਕ ਇਨਸਾਨ ਹੈ, ਉਹ ਆਪਣੇ ਆਪ ਨੂੰ ਕਸ਼ਟ ਕਿੱਦਾਂ ਦੇ ਰਿਹਾ, ਉਹ ਵਿਕਾਰ ਇਕੱਠੇ ਕਰ ਕਰਕੇ ਦੇ ਰਿਹਾ ਹੈ। ਸੋ ਮੈਨੂੰ ਇੱਕ ਫਰਮਾਨ ਯਾਦ ਆਇਆ ਜੀ, ਨਾਨਕ ਨਹਿਫਲ ਜਾਤ ਤੈ ਜਿਉ ਕੁੰਚਰ ਇਸਨਾਨ, ਕਿ ਜਿਵੇਂ ਹਾਥੀ ਹੈ, ਜਦੋਂ ਉਹ ਇਸ਼ਨਾਨ ਕਰਦਾ ਹੈ, ਉਹ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਉੱਤੇ ਚਿੱਕੜ ਸੁੱਟ ਲੈਂਦਾ ਹੈ, ਤਾਂ ਉਸਦਾ ਇਸ਼ਨਾਨ ਕਰਨਾ ਤਾਂ ਵਿਅਰਥ ਹੈ। ਤਾਂ ਜਿਵੇਂ ਅਸੀਂ ਆਪਣੇ ਆਪ ਨੂੰ ਕਸ਼ਟ ਦਿੰਦੇ ਹਾਂ, ਜਿਵੇਂ ਅਸੀਂ ਤਪ ਕਰਦੇ ਹਾਂ, ਮਤਲਬ ਜਿਵੇਂ ਅਸੀਂ ਅਜਿਹੀਆਂ ਹੋਰ ਚੀਜ਼ਾਂ ਕਰਦੇ ਹਾਂ, ਤਾਂ ਇਹੋ ਜਿਹੀ ਚੀਜ਼ਾਂ, ਇਹੋ ਜਿਹਾ ਕਸ਼ਟ ਉਸ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਨਹੀਂ ਹੈ। ਸੋ ਜੇ ਅਸੀਂ ਕਰਨਾ ਹੀ ਹੈ ਤਾਂ ਅਸੀਂ ਸੱਚੀ ਸੁੱਚੀ ਕਿਰਤ ਕਰੀਏ, ਅਸੀਂ ਕੁਝ ਅਜਿਹਾ ਕੰਮ ਕਰੀਏ ਜਿਹਦੇ ਨਾਲ ਅਸੀਂ ਕਿਸੇ ਦੀ ਮਦਦ ਕਰ ਪਾਈਏ, ਤੇ ਅਸੀਂ ਵੱਧ ਤੋਂ ਵੱਧ ਗੁਰਬਾਣੀ ਪੜ੍ਹੀਏ। ਸੋ ਸਤਿਗੁਰ ਕੀ ਸੇਵਾ ਸਫਲ ਹੈ ਜੋ ਕਰੇ ਚਿਤ ਲਾਏ। ਸੋ ਅਸੀਂ ਇਸ ਚੀਜ਼ ਨੂੰ ਯਾਦ ਰੱਖੀਏ। ਹਾਂਜੀ, ਸੋ ਦਿਵਜੋਤ ਵੀਰ ਜੀ ਨੂੰ ਰਿਕੁਐਸਟ ਹੈ ਜੀ ਕਿ ਉਹ ਆਪਣੇ ਵਿਊਜ਼ ਸ਼ੇਅਰ ਕਰਨ ਜੀ ਪਲੀਜ਼। ਹਾਂਜੀ ਹਾਂਜੀ, ਬਹੁਤ ਸੋਹਣਾ ਜੀ, ਤੁਸੀਂ ਵੀ ਜਸਮੀਨ ਕੌਰ ਜੀ ਨੇ ਬਹੁਤ ਅੱਛਾ ਸਮਝਾਇਆ। ਬਟ ਮੈਨੂੰ ਇੱਥੇ ਇੱਕ ਹੋਰ ਦੂਸਰੀ ਇੰਟਰਪ੍ਰੀਟੇਸ਼ਨ ਵੀ ਹੈਗੀ ਹੈ ਜੀ। ਕਬੀਰ ਮਹਿੰਦੀ ਕਰ ਘਾਲਿਆ ਆਪ ਪਿਸਾਏ ਪਿਸਾਏ, ਅੱਗੇ ਜਿਹੜੀ ਗੱਲ ਹੈ, ਤਹਿ ਸ਼ੈ ਬਾਤ ਨਾ ਪੁੱਛੀ ਹੈ ਕਬੂ ਨਾ ਲਾਈ ਪਾਏ। ਇੱਥੇ ਪਹਿਲੇ ਅਸੀਂ ਇਹਨੂੰ ਫੋਕਸ ਕਰਦੇ ਹਾਂ, ਤਹਿ ਸ਼ੈ ਬਾਤ ਨਾ ਪੁੱਛੀ ਹੈ। ਤਹਿ ਸ਼ੈ ਬਾਤ ਨਾ ਪੁੱਛੀ ਹੈਗਾ ਕਿ ਜਿਹੜੀ ਪਰਮਾਤਮਾ ਨੇ ਮੈਨੂੰ ਆਪਣੀ ਜਿਹੜੀ ਬਖਸ਼ਿਸ਼ ਹੈ, ਮੈਨੂੰ ਪੁੱਛਿਆ ਨਹੀਂ ਪਰਮਾਤਮਾ ਨੇ। ਤਹਿ ਸ਼ੈ ਬਾਤ ਨਾ ਪੁੱਛੀ ਹੈ ਕਬੂ ਨਾ ਲਾਈ ਪਾਏ। ਕਬੂ ਨਾ ਲਾਈ ਪਾਏ ਹੈਗਾ ਕਿ ਮੈਨੂੰ ਪਰਮਾਤਮਾ ਨੇ ਆਪਣੇ ਚਰਨਾਂ ਨਾਲ ਨਹੀਂ ਜੋੜਿਆ। ਠੀਕ ਹੈ ਜੀ। ਜਿਹੜਾ ਹੁਣ ਆਨੇ ਅਸੀਂ ਪਹਿਲੀ ਤੁਕ ਤੇ, ਕਬੀਰ ਮਹਿੰਦੀ ਕਰ ਘਾਲਿਆ। ਕਬੀਰ ਕਹਿੰਦੇ ਮਹਿੰਦੀ ਵਾਂਗ ਆਪਣੇ ਆਪ ਨੂੰ ਘਾਲਿਆ। ਜਿਵੇਂ ਮਹਿੰਦੀ ਦਾ, ਜਿਵੇਂ ਤੁਸੀਂ ਬੜਾ ਅੱਛਾ ਐਕਸਪਲੇਨ ਕੀਤਾ, ਪੱਤਾ ਹੁੰਦਾ ਹੈ, ਉਵੇਂ ਕਿਵੇਂ ਫਾਈਨਲ ਪ੍ਰੋਡਕਟ ਬਣਦਾ ਹੈ। ਠੀਕ ਹੈ, ਆਪ ਪਿਸਾਏ ਆਪਣੇ ਆਪ ਨੂੰ ਮੈਂ ਬੜੀ ਮਿਹਨਤ ਕੀਤੀ। ਇਹ ਜਿਵੇਂ ਤੁਸੀਂ ਬੜਾ ਅੱਛਾ ਐਗਜ਼ਾਮਪਲ ਦਿੱਤੀਆਂ, ਦੁਨੀਆ ਛੱਡ ਗਈਆਂ, ਤਪੱਸਿਆ ਕੀਤੀਆਂ, ਠੀਕ ਹੈ, ਪਿਲਗ੍ਰਿਮੇਜ ਤੇ ਗਏ, ਹੋਰ ਬੜੇ ਤਪੱਸਿਆ ਕੀਤੀਆਂ, ਪਰ ਉਹ ਤਪੱਸਿਆ ਪਰਮਾਤਮਾ ਨੇ ਬਾਤ ਨਾ ਪੁੱਛੀ ਹੈ, ਕਬੂ ਨਾ ਲਾਈ ਪਾਏ। ਹੁਣ ਇੱਥੋਂ ਜਿਹੜਾ ਸਾਨੂੰ ਲੱਗਦਾ ਕਿ ਉਹ ਪਰਮਾਤਮਾ ਕਿਵੇਂ ਬਾਤ ਪੁੱਛੇਗਾ, ਇਹਦੇ ਤੇ ਆਪਾਂ ਫੋਕਸ ਕਰੀਏ ਕਿ ਅੱਗੇ ਅਸਲੀ ਏਮ ਜਿਹੜਾ ਸਾਡਾ ਇਹੀ ਹੈ ਕਿ ਜਿਹੜਾ ਸਾਡਾ ਪਰਮਾਤਮਾ ਪਿਆਰਾ ਪਤੀ ਹੈ, ਉਹ ਸਾਡੀ ਬਾਤ ਪੁੱਛੇ, ਸਾਨੂੰ ਆਪਣੇ ਚਰਨਾਂ ਨਾਲ ਜੋੜੇ, ਆਪਣੇ ਬਖਸ਼ਿਸ਼ ਦਾ ਪਾਤਰ ਬਣਾਏ। ਉਹ ਅਸੀਂ ਕਿਵੇਂ ਹੋਈਏ, ਉਹਦੇ ਤੇ ਆਓ ਡਿਸਕਸ ਕਰੀਏ ਅਸੀਂ। ਵਾਹ ਜੀ। ਸੋ ਮੈਂ ਚਾਹਾਂਗੀ ਜੀ ਕਿ ਸਾਰੀ ਸੰਗਤ ਕਿ ਉਹ ਪਰਮਾਤਮਾ ਸਾਨੂੰ ਕਿਸ ਤਰ੍ਹਾਂ ਬਾਤ ਪੁੱਛੇਗਾ, ਅਸੀਂ ਇਸ ਤੇ ਵੀ ਫੋਕਸ ਕਰੀਏ। ਸੋ ਮੈਂ ਚਾਹਾਂਗੀ ਜੀ ਕਿ ਉਰਵਿੰਦਰ ਅੰਕਲ ਜੀ ਤੇ ਪਰਵਿੰਦਰ ਅੰਕਲ ਜੀ ਇਹਦੇ ਉੱਪਰ ਆਪਣੇ ਸ਼ੇਅਰ ਕਰਨ ਜੀ ਪਲੀਜ਼। ਵਾਹ ਜੀ, ਵਾਹ ਜੀ, ਵਾਹ ਵਾਹ ਬੱਚਿਓ, ਵਾਹ। ਅੱਜ ਕਮਾਲ ਹੋ ਗਈ ਜੀ। ਮੇਰੇ ਮੂੰਹ 'ਚ ਕੋਈ ਬੋਲ ਨਹੀਂ ਜੀ। ਤੁਸੀਂ ਜੋ ਵਿਚਾਰ ਕਰ ਰਹੇ ਹੋ, ਦਿਵਜੋਤ ਜੀ, ਮਨਮੀਨ ਜੀ, ਜਸਮੀਨ ਜੀ, ਜਾਂ ਹੋਰ ਬੱਚੇ ਜਿਹੜੇ ਪ੍ਰੈਜ਼ੈਂਟ ਆ, ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਅੱਜ ਜਿਹੜੀ ਅਸੀਂ ਵਿਚਾਰ ਕਰਦੇ ਸੀ, ਮੈਨੂੰ ਲੱਗਦਾ ਉਹ ਐਵੇਂ ਅਸੀਂ ਉਹ ਕਹਿੰਦੇ ਨਾ ਕੋਨਿਆਂ 'ਚ ਬਾਲ ਮਾਰਦੇ ਸੀ, ਪਰ ਜਿਹੜੇ ਅਸਲ ਵਿਚਾਰ ਤੁਸੀਂ ਅੱਜ ਦੇ ਰਹੇ ਹੋ ਨਾ, ਬਹੁਤ ਪਿਆਰੀ ਵਿਚਾਰ ਹੈ ਕਿ ਅਸਲ ਗੱਲ ਦਿਵਜੋਤ ਜੀ ਨੇ ਜਿਹੜੀ ਕਹੀ ਹੈ ਵੀ ਸਾਨੂੰ ਪਰਮਾਤਮਾ ਪੁੱਛਦਾ, ਤਹਿ ਸ਼ੈ ਬਾਤ ਨਾ ਪੁੱਛੀ ਹੈ। ਪਹਿਲਾਂ ਵੀ ਕਬੀਰ ਜੀ ਦੇ ਸ਼ਲੋਕ ਆਏ ਸੀ, ਮਤ ਹਰ ਪੁੱਛੇ ਕੌਣ ਹੈ, ਉਹ ਵੀ ਉਹਨਾਂ ਨੇ ਕਿਹਾ ਸੀ। ਫਿਰ ਬਾਣੀ ਜਾਂਦਾ, ਭਗਤ ਨਾਮਦੇਵ ਜੀ ਨੂੰ ਜਦੋਂ ਪਰਮਾਤਮਾ ਨੇ ਪੁੱਛਿਆ
ਜਦੋਂ ਉਹਨਾਂ ਨੇ ਕਿਹਾ ਨਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ, ਜਦੋਂ ਅਸੀਂ ਸਾਰੀ ਦੁਨੀਆ ਫਿਰ ਕੇ ਤੇਰੇ ਦਰ ਤੇ ਆ ਗਏ, ਫਿਰ ਪ੍ਰਮਾਤਮਾ ਨੇ ਪੁੱਛਿਆ ਤੂੰ ਕੌਣ ਰੇ, ਉਹ ਨਾਮਦੇਵ ਤੂੰ ਕੌਣ ਹੈ? ਕਹਿੰਦਾ ਜੀ ਮੈਂ ਜੀ ਨਾਮਾ, ਵੀ ਮੈਂ ਨਾਮਦੇਵ ਹਾਂ। ਹਾਂ, ਮੈਨੂੰ ਲੱਗਦਾ ਹੈ ਕਿ ਦਿਵਜੋਤ ਜੀ ਇੱਕੋ ਹੀ ਚੀਜ਼ ਹੈ ਸਿਰਫ, ਉਹ ਹੈ ਸਿਰਫ ਪ੍ਰੇਮ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸੀਂ ਕਿਸ ਤਰ੍ਹਾਂ ਦਾ ਪ੍ਰੇਮ ਉਸ ਪਰਮਾਤਮਾ ਨਾਲ ਕਰੀਏ, ਉਹ ਉਹਦੀ ਖਲਕਤ ਨਾਲ ਪਿਆਰ ਕਰੀਏ, ਉਹਦੇ ਨਾਮ ਨਾਲ ਪਿਆਰ ਕਰੀਏ, ਉਹਦੀ ਬਾਣੀ ਨਾਲ ਪਿਆਰ ਕਰੀਏ, ਕਿ ਸੋਸ਼ਲ ਰੀਫਾਰਮੇਸ਼ਨ ਲੈ ਕੇ ਆਈਏ, ਜਾਂ ਆਪਣਾ ਜਿਹੜਾ ਕੰਮ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈ, ਜਿਵੇਂ ਜਲਦ ਬੇਟੀ ਨੇ ਕਿਹਾ ਸੀ ਵੀ ਜੋ ਸਾਡਾ ਕੰਮ ਸਾਨੂੰ ਪ੍ਰਮਾਤਮਾ ਨੇ ਜਿਸ ਵਾਸਤੇ ਇਸ ਦੁਨੀਆ ਤੇ ਭੇਜਿਆ ਉਹ ਵਾਲਾ ਕਰੀਏ। ਕੀ ਇਹੋ ਜਿਹਾ ਕੰਮ ਕਰੀਏ, ਸਾਰੇ ਵਾਲੇ ਕੰਮ ਕਰੀਏ ਕਿ ਪ੍ਰਮਾਤਮਾ ਨਾਲ ਪ੍ਰੇਮ ਕਰੀਏ, ਕਿ ਸਾਨੂੰ ਪ੍ਰਮਾਤਮਾ ਆਪ ਪੁੱਛੇ ਵੀ ਹਾਂ ਵੀ ਤੂੰ ਕੌਣ ਹੈ, ਕੀ ਕਰ ਰਿਹਾ ਹੈ, ਇਸ ਤਰ੍ਹਾਂ ਕਿਉਂ ਤੇਰੀ ਮਨਸ਼ਾ ਹੈ। ਵਾਹ ਜੀ, ਬਹੁਤ ਪਿਆਰੀ ਵਿਚਾਰ। ਧੰਨਵਾਦ ਸਾਰੇ ਬੱਚਿਆਂ ਦਾ। ਮੈਂ ਸਾਰੀ ਸੰਗਤ ਨੂੰ ਕਹਾਂਗਾ ਕਿ ਇਹ ਅੱਜ ਦੀ ਬਹੁਤ ਪਿਆਰੀ ਵਿਚਾਰ ਵਿੱਚ ਸਾਰੇ ਜਣੇ ਆਪਣਾ ਆਪਣਾ ਯੋਗਦਾਨ ਪਾਉਣ ਜੀ। ਮੈਂ ਪ੍ਰਵਿੰਦਰ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਆਪਣੇ ਜ਼ਰੂਰ ਵਿਚਾਰ ਦਿਓ ਕਿ ਕਿਸ ਤਰ੍ਹਾਂ ਦਾ ਪ੍ਰੇਮ ਕਰੀਏ ਕਿ ਉਹ ਪ੍ਰਮਾਤਮਾ ਸਾਨੂੰ ਆਪ ਆਵਾਜ਼ ਲਗਾਏ ਤੂੰ ਕੌਣ ਹੈ। ਹਾਂਜੀ ਪ੍ਰਵਿੰਦਰ ਵੀਰ ਜੀ। लोग जानना है ਇਹ ਤਾਂ ਬ੍ਰਹਮ ਵਿਚਾਰ ਕੀਰਤੀ ਲਿਖਦੇ ਹਨ। ਜਿਉ ਕਾਸੀ ਉਪਦੇਸ਼ ਹੋਏ ਮਾਨਸ ਮਤਿ। ਪਹਿਲਾਂ ਕੀ ਹੁੰਦਾ ਸੀ, ਲੋਕ ਜੀ ਮੁਕਤੀ ਦਾ ਦਰ ਲੱਭਣ ਵਾਸਤੇ ਕਹਿੰਦੇ ਸੀ ਕਾਸ਼ੀ ਜਾ ਕੇ ਮਰੋ, ਉੱਥੋਂ ਸਾਨੂੰ ਸ਼ਿਵ ਜੀ ਦਾ ਉਪਦੇਸ਼ ਮਿਲੇਗਾ ਤੇ ਅਸੀਂ ਜੀਵਨ ਮੁਕਤ ਹੋਵਾਂਗੇ। ਪਰ ਕਬੀਰ ਜੀ ਕਹਿੰਦੇ ਹੈ ਗੁਰੂ ਦਾ ਸ਼ਬਦ ਇਹੋ ਜਿਹਾ ਹੈ, ਇਹ ਮਰਨ ਤੋਂ ਬਾਅਦ ਨਹੀਂ, ਜਿਉਂਦਿਆਂ ਹੀ ਮੁਕਤ ਕਰ ਦਿੰਦਾ ਹੈ। ਇਹ ਬ੍ਰਹਮ ਵਿਚਾਰ ਹੈ ਜੋ ਅਸੀਂ ਸਾਰੇ ਸੰਗਤ ਮਿਲ ਕੇ ਵਿਚਾਰ ਰਹੇ ਹਾਂ, ਕਿਉਂਕਿ ਜੀਵਨ ਦੀ ਮੁਕਤੀ ਦਾ ਦਰ ਜਿਹੜਾ ਇਹ ਸ਼ਬਦ ਦੇ ਵਿੱਚੋਂ ਹੀ ਮਿਲਦਾ ਹੈ। ਦਿਵਜੋਤ ਸਿੰਘ ਜੀ ਨੇ ਬੜਾ ਸੋਹਣਾ ਧਿਆਨ ਦਿਵਾਇਆ ਹੈ ਵੀ ਇਸ ਸ਼ਲੋਕ ਦੇ ਵਿੱਚ ਫੋਕਸ ਕਰਨਾ ਹੈ ਕਿ ਸਾਡੀ ਭਗਤੀ ਜਿਹੜੀ ਹੈ ਜਾਂ ਸਾਡੇ ਕੀਤੇ ਹੋਏ ਕਰਮ ਜਿਹੜੇ ਹਨ ਉਸ ਪਰਮਾਤਮਾ ਨੂੰ ਰਿਝਾਉਣ ਵਾਸਤੇ ਕੀ ਪ੍ਰਵਾਨ ਹੋ ਰਹੇ ਹਨ। ਇਹ ਗੱਲ ਜਿਹੜੀ ਹੈ ਵਿਚਾਰਨ ਵਾਲੀ ਹੈ। ਤੈ ਸਹਿ ਬਾਤ ਨਾ ਪੁੱਛੀ ਹੈ, ਉਹ ਕਿਸ ਤਰ੍ਹਾਂ ਪ੍ਰਵਾਨ ਹੋਣੇ ਹਨ। ਇਹ ਜਿਹੜੀ ਹੈ ਵਿਚਾਰ ਸਾਨੂੰ ਕਰਨ ਵਾਲੀ ਗੱਲ ਹੈ। ਮਹਿੰਦੀ ਦੀ ਉਦਾਹਰਣ ਦਿੱਤੀ ਹੈ, ਇਸ ਤਰ੍ਹਾਂ ਕਸ਼ਟ ਸਹਾਰਦੀ ਹੈ ਤੇ ਇਸ ਰਾਹ ਉੱਤੇ ਵੀ ਕਿੰਨੇ ਕਰਮ ਕਾਂਡ ਜਾਂ ਧਾਰਮਿਕ ਕਰਮ ਕਰਨੇ ਪੈਂਦੇ ਹਨ। ਉਹ ਸਾਡੇ ਕੋਲ ਪੈਂਦੇ ਹਨ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧ। ਫਿਰ ਅੱਗੇ ਬੜਾ ਸੋਹਣਾ ਪਿਆਰਾ ਮਤਲਬ ਫਰਮਾਨ ਆਉਂਦਾ ਹੈ, ਕਹਿੰਦੇ ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਤੀਜੈ ਬੁੱਧ ਵਿਵੇਕਾ। ਇਹ ਵਿਵੇਕ ਬੁੱਧੀ ਜਿਹੜੀ ਹੈ ਸਾਨੂੰ ਇਹਦੇ ਬਾਰੇ ਸੁਚੇਤ ਅਰਦਾਸ ਉਪਰਾਲਾ ਕਰਨਾ ਪਏਗਾ, ਕਿਉਂਕਿ ਇਹ ਵਿਵੇਕ ਬੁੱਧ ਨਾਲ ਹੀ ਅਸੀਂ ਉਹ ਆਪਣਾ ਉਸ ਸਹੀ ਮਾਰਗ ਤੇ ਤੁਰ ਸਕਦੇ ਹਾਂ ਜੋ ਪ੍ਰਵਾਨ ਹੋਵੇ। ਇਹ ਦੋਨਾਂ ਸ਼ਲੋਕਾਂ ਦੇ ਵਿੱਚ ਜੋ ਪਹਿਲਾਂ ਵੀ ਆਇਆ ਹੈ, ਅਸੀਂ ਪ੍ਰਾਹੁਣੇ ਹਾਂ, ਅਸੀਂ ਸਾਡਾ ਸਰੀਰ ਮਿੱਟੀ ਹੈ। ਜੇ ਅਸੀਂ ਕਹੀਏ ਨਾ ਇੱਕ ਜੀਵਨ ਦੀ ਸੱਚਾਈ ਕੀ ਹੈ, ਸਭ ਤੋਂ ਵੱਡੀ ਸੱਚਾਈ ਇਹੀ ਹੈ ਵੀ ਸਰੀਰ ਜਿਹੜਾ ਹੈ ਉਹ ਮਿੱਟੀ ਹੈ ਤੇ ਅਸੀਂ 4 ਦਿਵਸ ਕੇ ਪਾਹੁਨੇ ਹਾਂ। ਇਹਨੂੰ ਇਸ ਤਰ੍ਹਾਂ ਵੀ ਲਿਖਿਆ ਹੈ ਜਿਵੇਂ ਬਿਜਲੀ ਦਾ ਵਰਤਾਰਾ ਹੈ, ਬਿਜਲੀ ਚਮਕਦੀ ਕਿੰਨੀ ਦੇਰ ਚਮਕਦੀ ਹੈ, ਜਾਂ ਇੱਕ ਪ੍ਰਾਹੁਣੇ ਆਪਣੇ ਇੱਕ ਵਪਾਰੀ ਵਪਾਰ ਕਰਨ ਵਾਸਤੇ ਵਣਜਾਰਾ ਬਣ ਕੇ ਕਿੰਨੀ ਦੇਰ ਤੱਕ ਕਿਸੇ ਥਾਂ ਤੇ ਟਿਕਦਾ ਹੈ। ਜਾਂ ਇਹਨੂੰ ਇਸ ਤਰ੍ਹਾਂ ਵੀ ਕਿਹਾ ਹੈ ਕਿ ਥੋੜ੍ਹੀ ਬਾਤ ਗੁਮਾਨ, ਜੀਵਨ ਨੂੰ ਇਸ ਤਰ੍ਹਾਂ ਕਿਹਾ ਹੈ ਇਹ ਥੋੜ੍ਹੀ ਬਾਤ ਵਾਸਤੇ ਸਾਨੂੰ ਵਿਵੇਕ ਬੁੱਧ, ਕਿਉਂਕਿ ਸਮਾਂ ਥੋੜ੍ਹਾ ਹੈ ਤੇ ਮੰਜ਼ਿਲ ਜਿਹੜੀ ਹੈ ਬਹੁਤ ਵੱਡੀ ਹੈ ਪਰਮਾਤਮਾ ਤੱਕ ਪਹੁੰਚਣ ਦੀ, ਤੇ ਇਹਦੇ ਵਾਸਤੇ ਬੜੀ ਵਿਵੇਕ ਬੁੱਧ ਚਾਹੀਦੀ ਹੈ ਜੋ ਸਾਨੂੰ ਇਹਨਾਂ ਸ਼ਲੋਕਾਂ ਦੇ ਵਿੱਚੋਂ ਅਸੀਂ ਪ੍ਰਾਪਤ ਕਰਕੇ ਅੱਗੇ ਵੱਧ ਸਕਦੇ। ਵਾਹਿਗੁਰੂ। ਵਾਹ ਜੀ। ਸੋ ਅੰਕਲ ਨੇ ਸਾਨੂੰ ਦੱਸਿਆ ਜੀ
ਕਿ ਸਾਡੀ ਬੁੱਧ ਕਿਵੇਂ ਦੀ ਹੋਣੀ ਚਾਹੀਦੀ, ਵਿਵੇਕ ਬੁੱਧ। ਸੋ ਹੁਣ ਮੈਂ ਰਿਕੁਐਸਟ ਕਰਦੀ ਹਾਂ ਦਿਵਜੋਤ ਵੀਰ ਜੀ ਨੂੰ ਕਿ ਉਹ ਆਪਣੇ ਕੁਝ ਫਾਈਨਲ ਰਿਮਾਰਕਸ ਦੇਣ। ਹਾਂਜੀ, ਅਸੀਂ ਨਾ ਇੱਕ ਕਥਾ ਸੁਣ ਰਹੇ ਸੀ ਤੇ ਉਹਦੇ ਵਿੱਚ ਨਾ ਉਹਨਾਂ ਨੇ ਦੱਸਿਆ ਕਿ ਫਕੀਰ ਤੇ ਉਹਦਾ ਚੇਲਾ ਹੁੰਦਾ ਹੈ, ਤੇ ਜਦੋਂ ਉਹਨਾਂ ਨੇ ਚੇਲਿਆਂ ਨੂੰ ਪੁੱਛਿਆ, ਫਕੀਰ ਜੀ ਜਿਵੇਂ ਤੁਸੀਂ ਨਮਾਜ਼ ਪੜ੍ਹਦੇ ਹੋ ਉਵੇਂ ਮੈਂ ਨਮਾਜ਼ ਪੜ੍ਹਦਾ, ਠੀਕ ਹੈ, ਜਿਹੜੇ ਪਾਸੇ ਨੂੰ ਤੁਸੀਂ ਸਿਰ ਨਿਵਾਉਂਦੇ ਹੋ ਮੈਂ ਵੀ ਉੱਥੇ ਉਸੇ ਪਾਸੇ ਨੂੰ ਸਿਰ ਨਿਵਾਉਂਦਾ ਹਾਂ, ਠੀਕ ਹੈ, ਜਿਹੜੇ ਕੱਪੜੇ ਤੁਸੀਂ ਪਾਉਂਦੇ ਹੋ ਮੈਂ ਵੀ ਉਹੀ ਪਾਉਂਦਾ, ਜਿੰਨੇ ਵਜੇ ਤੁਸੀਂ ਨਮਾਜ਼ ਪੜ੍ਹਦੇ ਹੋ ਉਹਨੇ ਵਜੇ ਮੈਂ ਵੀ ਨਮਾਜ਼ ਪੜ੍ਹਦਾ, ਸੇਮ ਸਭ ਕੁਝ ਮੈਂ ਕਰਦਾ, ਬਟ ਤੁਹਾਡੇ ਤੇ ਬਖਸ਼ਿਸ਼ ਹੈਗੀ ਹੈ, ਮੇਰੇ ਤੇ ਬਖਸ਼ਿਸ਼ ਨਹੀਂ ਹੈਗੀ, ਮੈਂ ਹਲੇ ਉਹ ਨਹੀਂ ਦੇਖ ਪਾਉਂਦਾ, ਉਹਨੂੰ ਸਮਝਾਓ ਕਿਉਂ। ਤੇ ਜਿਹੜੇ ਉਸ ਫਕੀਰ ਜੀ ਸੀ ਕਹਿੰਦੇ ਠੀਕ ਹੈ ਦੱਸਾਂਗਾ, ਪਹਿਲੇ ਮੈਨੂੰ ਪਾਣੀ ਪਿਲਾ। ਤੇ ਉਹ ਜਦੋਂ ਸੈਰ ਕਰਦੇ ਪਏ ਸੀ ਰਸਤੇ ਵਿੱਚ ਖੂਹ ਆਇਆ, ਤੇ ਉਹ ਖੂਹ ਜਦੋਂ ਖੂਹ ਵਿੱਚ ਉਹਨੇ ਬਾਲਟੀ ਪਾਈ ਤੇ ਨਾਲ ਰੱਸੀ ਸੁੱਟੀ ਖੂਹ ਦੇ ਵਿੱਚ, ਤੇ ਜਦੋਂ ਉਹਨੇ ਪਾਣੀ ਉੱਪਰ ਖਿੱਚਿਆ ਤੇ ਬਾਲਟੀ ਵਿੱਚ ਪਾਣੀ ਨਹੀਂ ਆਇਆ, ਕਹਿੰਦਾ ਇਹਦਾ ਪਾਣੀ ਬਿਲਕੁਲ ਵੀ ਨਹੀਂ ਆਇਆ। ਫਿਰ ਉਹਨੇ ਕਹਿੰਦੇ ਕਿਉਂ ਨਹੀਂ ਆਇਆ, ਕਹਿੰਦੇ ਤੇਰਾ ਜਿਹੜਾ ਥੱਲੇ ਬਾਲਟੀ ਥੱਲੇ ਵਾਲਾ ਪਾਸਾ ਹੈ ਹੀ ਨਹੀਂ ਸੀ, ਉਹਦੇ ਵਿੱਚ ਬਾਲਟੀ ਪਾ ਰਿਹਾ ਸੀ ਉਹਦੇ ਵਿੱਚ ਪਰ ਪਾਣੀ ਨਹੀਂ ਆ ਰਿਹਾ ਸੀ। ਕਹਿੰਦੇ ਫਿਰ ਉਹਨੇ ਦੂਸਰੀ ਬਾਲਟੀ ਚੱਕੀ, ਉਹਦੇ ਨਾਲ ਬੰਨੀ ਰੱਸੀ ਦੇ, ਫਿਰ ਖੂਹ ਸੁੱਟੀ, ਫਿਰ ਪਾਣੀ ਆ ਗਿਆ। ਕਹਿੰਦੇ ਇੱਕ ਹੀ ਹੁਣ ਦੇਖੋ ਪਾਣੀ ਆ ਗਿਆ, ਉਹਨੇ ਫਕੀਰ ਜੀ ਨੇ ਦੱਸਿਆ ਕਹਿੰਦੇ ਉਹੀ ਗੱਲ ਹੈ, ਬਾਲਟੀ ਵੀ ਉਹੀ ਹੈ, ਇਹੀ ਫਰਕ ਹੈ, ਆਪਾਂ ਵੀ ਸਾਰੇ ਰੋਜ਼ ਪਾਠ ਕਰਦੇ ਹਾਂ, ਜਪਜੀ ਸਾਹਿਬ ਰੋਜ਼ ਕਰਦੇ ਹਾਂ, ਸੁਖਮਨੀ ਸਾਹਿਬ ਰੋਜ਼ ਕਰਦੇ ਹਾਂ, ਬਟ ਕਦੀ ਕਦੀ ਉਹ ਪਾਠ ਸਾਡਾ ਅਸੀਂ ਐਸੇ ਮਨ ਨਾਲ ਕਰਦੇ ਹਾਂ, ਪ੍ਰੇਮ ਬਿਰਤੀ ਨਾਲ ਕਰਦੇ ਹਾਂ, ਭਰੋਸੇ ਨਾਲ ਕਰਦੇ ਹਾਂ ਕਿ ਉਹ ਸਾਡਾ ਪ੍ਰਵਾਨ ਹੋ ਜਾਂਦਾ ਹੈ, ਆਨੰਦ ਆ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜੀ ਆਪਾਂ ਪਾਠ ਤੇ ਕਰਦੇ ਹਾਂ, ਆਪਾਂ ਜਿਹੜਾ ਉਹਦਾ ਭਰੋਸਾ ਹੈ ਨਾ ਪਰਮਾਤਮਾ ਦਾ, ਉਹਨੂੰ ਮੰਨਣਾ, ਅਟੁੱਟ ਵਿਸ਼ਵਾਸ ਪਰਮਾਤਮਾ ਦਾ, ਜਿਵੇਂ ਬੜਾ ਅੱਛਾ ਦੱਸਿਆ ਅੰਕਲ ਨੇ, ਪ੍ਰੇਮ, ਉਹਦਾ ਭਰੋਸਾ, ਆਈ ਥਿੰਕ ਜੇ ਸਾਡੀ ਪ੍ਰੀਤ ਹੈਗੀ ਹੈ ਤੇ ਪ੍ਰਤੀਤ ਹੈਗੀ ਹੈ ਨਾ, ਦੋਨੋਂ ਚੀਜ਼ਾਂ, ਫਿਰ ਉਹਦੀ ਬਖਸ਼ਿਸ਼ ਨਾਲ ਤੈਅ ਸ਼ੈ ਬਾਤ ਪੁੱਛਣਾ, ਤਾਂ ਹੀ ਉਹ ਸਾਨੂੰ ਬਾਤ ਪੁੱਛੇਗਾ। ਜੇ ਸਾਡਾ 100 ਤੋਂ ਵੀ ਵੱਧ % ਕੋਈ ਬਿਲਕੁਲ ਵੀ ਆਇਓਟਾ ਵੀ ਸਾਡੇ ਅੰਦਰ ਡਾਊਟ ਨਾ ਹੋਵੇ, ਐਸੀ ਪ੍ਰਤੀਤ ਹੋਵੇ ਕਿ ਮੇਰਾ ਮਾਲਕ ਸਭ ਕੁਝ ਕਰਨ ਵਾਲਾ ਉਹੀ ਕਰ ਰਿਹਾ ਹੈ। ਸਾਡਾ ਪਾਠ ਜਦੋਂ ਅਸੀਂ ਕਰੀਏ ਐਸੇ ਇੱਕ ਮਨ ਇੱਕ ਚਿੱਤ ਨਾਲ ਹੋ ਕੇ ਕਰੀਏ, ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੀ ਨਾ ਉਹਨੂੰ, ਕਿ ਜਦੋਂ ਉਹਨੂੰ ਫਕੀਰ ਨੂੰ ਇੱਕ ਬੰਦਾ ਪਾਠ ਕਰ ਰਿਹਾ ਸੀ, ਉਹਨੇ ਕਿਹਾ ਤੇਰੀ ਨਮਾਜ਼ ਕੀਤੀ ਕਬੂਲ ਨਹੀਂ ਹੋਈ। ਗੁਰੂ ਨਾਨਕ ਸਾਹਿਬ ਨੇ ਉਹਨੂੰ ਕਲੀਅਰ ਕਿਹਾ, ਕਹਿੰਦੇ ਕਿਉਂ ਨਹੀਂ ਹੋਈ, ਕਹਿੰਦੇ ਤੂੰ ਉੱਥੇ ਘੋੜੇ ਵੇਚ ਰਿਹਾ ਸੀ, ਉਦੋਂ ਨਮਾਜ਼ ਤੇ ਪੜ੍ਹ ਰਿਹਾ ਸੀ ਬਟ ਤੇਰਾ ਧਿਆਨ ਉਹਦੇ ਘੋੜਿਆਂ ਵਿੱਚ ਸੀਗਾ। ਇਹੀ ਡਿਫਰੈਂਸ ਹੈ, ਆਈ ਥਿੰਕ ਦੈਟ ਇਜ਼ ਓਨਲੀ ਡਿਫਰੈਂਸ। ਪਰਮਾਤਮਾ ਦੇ ਘਰ ਵਿੱਚ ਬਖਸ਼ਿਸ਼ ਦੀ ਕਮੀ ਨਹੀਂ ਹੈਗੀ ਕੋਈ ਵੀ, ਪਰਮਾਤਮਾ ਦੇ ਘਰ ਹਰ ਵੇਲੇ ਹਰ ਟਾਈਮ ਬਖਸ਼ਿਸ਼ ਹੈ, ਪਰ ਜਿਹੜਾ ਸਾਡਾ ਤਰੀਕਾ ਹੈ ਨਾ, ਉਹਨੂੰ ਅਸੀਂ ਦੇਖੀਏ ਕਿ ਸਾਡੇ ਤਰੀਕੇ ਵਿੱਚ ਕਮੀ ਕਿੱਥੇ ਹੈਗੀ ਹੈ। ਜੇ ਅਸੀਂ ਉਹ ਤਰੀਕਾ, ਜੇ ਅਸੀਂ ਪ੍ਰੇਮ ਪ੍ਰੀਤ ਭਰੋਸਾ ਐਸਾ ਆਪਣੇ ਆਪਾਂ ਸਮਰਪਣ ਕਰ ਦਈਏ, ਪਰਮਾਤਮਾ ਦੇ ਚਰਨਾਂ ਵਿੱਚ ਜੋੜ ਲਈਏ, ਉਹਦੇ ਹੁਕਮ ਵਿੱਚ ਆ ਜਾਈਏ ਤੇ ਇੱਕ ਮਨ ਇੱਕ ਚਿੱਤ ਹੋ ਕੇ ਭਗਤੀ ਕਰੀਏ, ਤੇ ਆਈ ਥਿੰਕ ਫਿਰ ਉਹ ਸਾਡੀ ਬਾਤ ਹਰ ਵੇਲੇ ਪੁੱਛੇਗਾ। ਓਵਰਆਲ ਪੁਆਇੰਟ ਇਹ ਹੈ ਕਿ ਸਾਡੇ ਸਾਰਿਆਂ ਕੋਲ ਇੱਕ ਭਾਂਡਾ ਹੈਗਾ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਣੀ, ਵਾਹਿਗੁਰੂ ਦੀ ਬਖਸ਼ਿਸ਼ ਹੋਣੀ ਹੈ, ਪਰ ਜਿੰਨਾ ਸਾਡੇ ਭਾਂਡੇ ਦਾ ਸਾਈਜ਼ ਹੋਏਗਾ ਉਨੀ ਬਖਸ਼ਿਸ਼ ਹੋਏਗੀ। ਪਰ ਇਹ ਜਿਵੇਂ ਇਸ ਐਗਜ਼ਾਮਪਲ 'ਚ ਉਹਨਾਂ ਨੇ ਸੁਣਾਇਆ ਸਾਖੀ 'ਚ, ਵੀ ਜਿਹੜੀ ਬਾਲਟੀ ਸੀ ਉਹ ਥੱਲੋਂ, ਉਹਦਾ ਥੱਲੇ ਵਾਲਾ ਹਿੱਸਾ ਹੀ ਨਹੀਂ ਸੀ, ਜੋ ਪੈ ਰਿਹਾ ਸੀ ਨਾਲ ਨਿਕਲੀ ਵੀ ਜਾ ਰਿਹਾ ਸੀ। ਅਸੀਂ ਇਹ ਵੀ ਆਪਣੇ ਅੰਦਰ ਜ਼ਰੂਰ ਝਾਤੀ ਮਾਰ ਕੇ ਦੇਖੀਏ, ਏਦਾਂ ਤਾਂ ਨਹੀਂ ਹੋ ਰਿਹਾ ਕਿ ਅਸੀਂ ਪਾਠ ਕਰ ਰਹੇ ਹਾਂ ਨਾਲ ਪਰ ਉਹ ਅੰਦਰ ਵਸਾ ਨਹੀਂ ਰਹੇ, ਤੇ ਨਾਲ ਉਹ ਇਕੱਠਾ ਨਹੀਂ ਹੋ ਰਿਹਾ ਤੇ ਉਲਟਾ ਨਿਕਲੀ ਜਾ ਰਿਹਾ। ਸੋ ਅਸੀਂ ਜ਼ਰੂਰ ਸਾਰੇ ਜਣੇ ਆਪਣਾ ਆਪਣਾ ਭਾਂਡਾ ਦੇਖੀਏ ਕਿ ਉਹ ਕਿੰਨਾ ਕੁ ਉਹਦੇ 'ਚ ਕੋਈ ਮੋਰੀਆਂ ਤਾਂ ਨਹੀਂ ਹੈਗੀਆਂ, ਉਹ ਕਿੰਨਾ ਕੁ ਵੱਧ ਰਿਹਾ ਦਿਨ ਬ ਦਿਨ, ਤੇ ਤਾਂ ਕਿ ਉਹਦੇ ਵਿੱਚ ਜਿਹੜੀ ਬਖਸ਼ਿਸ਼ ਹੈ ਉਹ ਇਕੱਠੀ ਹੋ ਰਹੀ ਹੈ ਕਿ ਨਹੀਂ ਹੋ ਰਹੀ। ਵਾਹ ਜੀ, ਸੋ ਬਹੁਤ ਵਧੀਆ ਵਿਚਾਰ ਦਿੱਤੀ ਹੈ ਜੀ ਤੁਸੀਂ ਸਾਨੂੰ, ਕਿ ਅਸੀਂ ਇੱਕ ਮਨ ਹੋ ਕੇ ਉਸ ਪਰਮਾਤਮਾ ਨੂੰ ਯਾਦ ਕਰੀਏ, ਅਸੀਂ ਉਸ ਪਰਮਾਤਮਾ ਦੀ ਰਜ਼ਾ ਮੰਨੀਏ। ਸੋ ਥੈਂਕ ਯੂ ਸੋ ਮਚ ਜੀ। ਸੋ ਹੁਣ 2 ਹੈਂਡ ਰੇਜ਼ ਨੇ ਜੀ ਵੀਰ ਜੀ, ਪਲੀਜ਼ ਉਹਨਾਂ ਨੂੰ ਵੀ ਲੈ ਲਓ ਜੀ। ਵਾਹਿਗੁਰੂ ਜੀ।
इजाजत है जियो। हाँ जी, हाँ जी, वाहिगुरू जी का खालसा, वाहिगुरू जी की फतेह। संगत जियो, बच्चों ने हुणे उस पार्टी का जिक्र किया, तला ही नहीं है। जिन्ना मर्जी ਆਪਾਂ ਉਸ ਨੂੰ ਖੂਹ ਦੇ ਵਿੱਚ ਨੀਵਾ ਕਰੀ ਜਾਈਏ, ਉਤਾਂ ਲਿਆਈਏ, ਉਹਦੇ ਵਿੱਚ ਹੱਥ ਕੁਛ ਨਹੀਂ ਹੋਣਾ। ਕਿਸੇ ਨੂੰ ਆਪਾਂ ਇਹਦਾ ਵੀ ਤੱਕ ਸਕਦੇ ਹਾਂ ਕਿ ਅਗਰ ਮੈਂ ਕਵਾਂ ਕਿ ਮੈਂ ਮਹਿੰਦੀ ਵਾਂਗ ਆਪਣੇ ਆਪ ਨੂੰ ਘਸਾ ਲਿਆ ਹੈ, ਪੀਸ ਲਿਆ ਹੈ, ਘਸਾ ਕੇ ਪੀਸ ਕੇ ਮਹਿੰਦੀ ਵਰਗੀ ਆਪਣੀ ਹਾਲਤ ਕਰ ਲਈ ਹੈ। ਆਪ ਕਿ ਆਪਣੇ ਜਪ ਤਪ ਪਾਠ ਨਿਤਨੇਮ ਅੰਮ੍ਰਿਤ ਵੇਲੇ ਇਹ ਸਾਰੀਆਂ ਸਾਧਨਾਵਾਂ ਕੀਤੀਆਂ ਨੇ, ਪਰ ਮੇਰੇ परमात्मा ने, मेरे शह ने मेरी बात नहीं पूछी, मैनू अपने चरनी नहीं लाया, कभू ना लाई पाए, अपने पैर नहीं लगाया। जिस तरह कि मेहंदी नू सुभाग प्राप्त होंदा है, जब तक वो पैना नहीं लगदी उदा मनोरथ पूरा नहीं हुंदा। ते आपां जड़ा बाल्टी दा तला है उदा ध्यान रखिए कि ये सारे जप तप जिन्ने भी साधन आपां करदे हां, अगर उसदा एक राई मात्र भी हंकार मन विच आ जावे, ਉਹੀ ਬਾਲਟੀ ਦਾ ਤਲਾ ਹੈ। ਉਸ ਹੰਕਾਰ ਤੋਂ ਆਪਾਂ ਗੁਰੂ ਆਸਰੇ ਬਚਣ ਦੀ ਕੋਸ਼ਿਸ਼ ਕਰਨੀ ਹੈ ਕਿ ਸੂਖਮ ਜਿਹਾ ਵੀ ਹੰਕਾਰ ਸਾਡੇ ਮਨ ਵਿੱਚ ਨਾ ਆਵੇ ਕਿ ਮੈਂ ਇਹ ਕਰ ਰਿਹਾ ਹਾਂ, ਮੈਂ ਬਹੁਤ ਘਾਲਣਾ ਕੀਤੀ ਹੈ, ਮੈਂ ਆਪਣੇ ਆਪ ਨੂੰ ਮਹਿੰਦੀ ਵਾਕ ਪਿਸਾ ਲਿਆ ਹੈ। ਇਹੀ ਕਾਰਨ ਹੈ ਕਿ ਸ਼ਹ ਨੇ ਮੇਰੀ ਬਾਤ ਨਹੀਂ ਪੁੱਛੀ, ਕਿਉਂਕਿ ਅਸੀਂ ਹੰਕਾਰ ਵਿੱਚ ਆ ਜਾਂਦੇ ਹਾਂ। ਮੈਂ ਜਪ ਕੀਤਾ, ਮੈਂ ਤਪ ਕੀਤਾ, ਇਸ ਲਈ ਮਹਾਰਾਜ ਸਾਨੂੰ ਜਨਾਂ ਨਾਲ ਜੋੜਨ ਤੋਂ ਆਪਾਂ ਵਾਂਝੇ ਰਹਿ ਜਾਂਦੇ ਹਾਂ, ਉਸੇ ਬਖਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਹਾਂ। ਹੰਕਾਰ ਤੋਂ ਬਚੀਏ, ਗੁਰੂ ਮਹਾਰਾਜ ਆਪ ਹੀ ਬਚਾ ਲੈਣ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਂਟੀ ਨੇ ਸਾਨੂੰ ਬੜਾ ਵਧੀਆ ਦੱਸਿਆ ਕਿ ਅਸੀਂ ਹੰਕਾਰ ਨਾ ਕਰੀਏ, ਕਿ ਅਸੀਂ ਜਿਹੜੀ ਵੀ ਚੀਜ਼ ਕਰੀਏ ਅਸੀਂ ਉਹਦੇ ਵਿੱਚ ਮੈਂ ਨਾ ਲੈ ਕੇ ਆਈਏ, ਅਸੀਂ ਉਸ ਪਰਮਾਤਮਾ ਨਾਲ ਪ੍ਰੇਮ ਕਰਨਾ ਹੈ। ਜਿਵੇਂ ਕਿ G65 ਕਲਾਸਿਸ ਵਿੱਚ ਦੱਸਿਆ ਸੀ ਕਿ ਪ੍ਰੇਮ ਕੀ ਹੈ ਕਿ ਜਿੱਥੇ ਮੈਂ ਨਾ ਹੋਵੇ, ਪਰੇ ਮੈਂ। ਸੋ ਅਸੀਂ ਆਪਣੀ ਮੈਂ ਨੂੰ ਪਰੇ ਰੱਖ ਕੇ ਉਸ ਪਰਮਾਤਮਾ ਨਾਲ ਪ੍ਰੇਮ ਕਰੀਏ। ਸੋ ਹੋਰ ਵੀ ਹੈਂਡ ਰੇਜ਼ ਨੇ ਜੀ, ਵੀਰ ਜੀ ਪਲੀਜ਼ ਉਹਨਾਂ ਨੂੰ ਲੈ ਲਓ ਜੀ। ਵਾਹਿਗੁਰੂ ਜੀ, ਭੈਣ ਜੀ ਦੇ ਵਿਚਾਰ ਸੁਣੇ, ਉਸ ਤੋਂ ਬਾਅਦ ਦਿਵਜੋਤ ਸਿੰਘ ਜੀ ਦੇ ਤੇ ਉਰਵਿੰਦਰ ਸਿੰਘ ਜੀ ਨੇ। ਸੋ ਮੈਂ ਵੀ ਆਪਣੇ ਮਨ ਚੋਂ ਜੋ ਇਹ ਕਹਿੰਦੇ ਇੱਕ ਮੈਟ੍ਰਿਕਸ ਇਹ ਤਿਆਰ ਕਰ ਰਿਹਾ ਸੀ। ਤੁਸੀਂ ਦੇਖੋ ਬੇਟਾ ਜੀ, ਗੁਰੂ ਨਾਨਕ ਦੇਵ ਜੀ ਤੇ ਕਬੀਰ ਜੀ ਬਿਲਕੁਲ ਸਮਕਾਲੀ ਸਨ। ਤੋ ਜਿਸ ਤਰ੍ਹਾਂ ਦੇ ਵਿਚਾਰ ਮੈਂ ਪਹਿਲਾਂ ਆਪਣੇ ਰੱਖੇ ਸੀ, ਪ੍ਰੋਫੈਸਰ ਪੂਰਨ ਸਿੰਘ ਜੀ ਵੀ ਇਹ ਗੱਲ ਕਹਿੰਦੇ ਜਦੋਂ ਮੈਂ ਜਪਜੀ ਸਾਹਿਬ ਜੀ ਤੁਕ ਪੜ੍ਹਦਾ, ਸਤ ਸੁਹਾਣ ਸਦਾ ਮਨ ਚਾਓ। ਫਿਰ ਇਸੇ ਤਰ੍ਹਾਂ ਉਹ ਗੱਲ ਕਰਦੇ ਨੇ ਕਿ ਜਦੋਂ ਆਸਾ ਦੀ ਵਾਰ ਚ, ਆਸਾ ਦੀ ਵਾਰ ਹੀ ਹੈਗਾ, ਇਟਸ ਏ ਲੌਫਟੀ ਵਿਜ਼ਨਸ ਐਂਡ ਐਂਡਲੈਸ ਹੋਪਸ, ਕਿ ਇੰਨੀ ਵੱਡੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਕਿ ਸਾਡੇ ਜੀਵਨ ਦਾ ਉਦੇਸ਼, ਜਿਵੇਂ ਗੁਰੂ ਨਾਨਕ ਦੇਵ ਜੀ ਦੀ ਪਹਿਲੀਆਂ 7 ਪੌੜੀਆਂ ਹਨ ਕਿ ਹੀ ਇਜ਼ ਅ ਸਪਿਰਿਚੁਅਲ ਐਕਸਪਲੋਰਰ, ਹੀ ਇਜ਼ ਅ ਸਪੇਸ ਐਕਸਪਲੋਰਰ, ਕਿ ਸਾਡੇ ਮਨ ਚ ਜਿਹੜਾ ਅਸੀਂ ਰੋਜ਼ ਗੱਲ ਕਰਦੇ ਖੇੜਾ ਹੈ, ਪਰ ਖੇੜੇ ਇਹ ਚਾਹ ਕਿਵੇਂ ਆਏਗਾ? when we have the illusion brimming ਇੱਕ courage ਹੋਣਾ ਚਾਹੀਦਾ ਕਿ I have to explore new worlds of spirituality। ਜਿਵੇਂ ਤੁਸੀਂ ਕਹਿ ਕੇ ਅਸੀਂ ਹੁਣ ਸ਼ਬਦ ਦੇ ਲਈ ਪੜ੍ਹਦੇ ਹਾਂ, 오ਹਾ ਪ੍ਰੇਮ ਪਿਰੀ ਹੈ ਜੀ, ਜਾਂ ਫਿਰ ਸਤ ਸੁਹਾਣ ਸਦਾ ਮਨ ਚਾਓ, ਜਾਂ ਜਿਵੇਂ ਵੀਰ ਜੀ ਨੇ ਕਿਹਾ ਸੀ ਪ੍ਰੇਮ ਹੀ ਜਿਹੜੇ ਸਾਡੇ ਜੀਵਨ ਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਸੋ ਮੈਂ ਬੇਟਾ ਜਾਣ ਕੇ ਕੰਪੈਰੇਟਿਵ ਵਿਜ਼ਨ ਇਹ ਰੱਖ ਰਿਹਾ ਕਬੀਰ ਤੇ ਗੁਰੂ ਨਾਨਕ ਦੇਵ ਜੀ ਦੇ, ਦੋਨੋਂ ਜਿਹੜੀ ਸਾਡੀ ਜੀਵਨ ਦਾ ਸਾਰ ਅੰਸ਼ ਹੈ ਉਹ ਪ੍ਰੇਮਾ ਭਗਤੀ ਹੈ। ਕਿ ਇਹ ਚੀਜ਼ਾਂ ਤੋਂ ਅਸੀਂ ਲਾਈਫ ਨੂੰ ਬੈਲੈਂਸ ਕਰਕੇ ਕਿ ਲਾਈਫ ਦੀ ਅਸੀਂ ਰਾਈਟਫੁਲ ਲਾਈਫ ਦੇ ਫੋਕਸ ਨਹੀਂ ਰਹਿਣਾ ਆਪਣੇ ਗੋਲਸ ਅਚੀਵ ਕਰਨ ਦੇ ਨਾਲ, ਪਰ ਜਦੋਂ ਇਹ ਸਾਡੇ ਮਨ ਚ ਆ ਜੇ ਉਹ ਆ ਪ੍ਰੇਮ ਪ੍ਰੀ, ਤੇ ਸਦਾ ਸਾਨੂੰ ਐਕਸਪਲੋਰ ਕਰਨ ਦੀ ਇੱਕ ਵਿਜ਼ਨ ਜਦੋਂ ਆ ਜਾਏਗਾ, ਸਪਿਰਿਚੁਅਲ ਐਕਸਪਲੋਰੇਸ਼ਨ ਐਂਡ ਫਿਜ਼ੀਕਲ ਵਰਲਡ, ਜਿਹੜਾ ਸਪਿਰਿਚੁਅਲ ਅਸੀਂ ਕਹਿੰਦੇ ਨਾ ਸਰਗੁਣ ਤੇ ਨਿਰਗੁਣ, ਜਦੋਂ ਦੋਨਾਂ ਦਾ ਇੱਕ ਸਾਡਾ ਮਿਲਾਪ ਹੋਏਗਾ ਜੀਵਨ ਦੇ, ਸਦਾ ਚਾਹ ਰਹੇਗਾ, ਖੇੜਾ ਹੈ, ਖੋਜੀ ਬਣਨਾ ਹੈ, ਫਿਰ ਹਰ ਵਕਤ ਚੜ੍ਹਦੀ ਕਲਾ ਤੇ ਨਾਮ ਦਾ ਵਾਸਾ ਹੋਏਗਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੰਕਲ ਨੇ ਸਾਨੂੰ ਇਹਦੇ ਵਿੱਚ ਵੀ ਇੱਕ ਹੋਰ ਨਵਾਂ ਪਰਸਪੈਕਟਿਵ ਦਿੱਤਾ ਹੈ ਕਿ ਸਾਡੇ ਵਿੱਚ ਵੀ ਸ਼ੁੱਡ ਹੈਵ ਦ ਕਰੇਜ ਟੂ ਐਕਸਪਲੋਰ, ਵੈਦਰ ਇਟਸ ਕਿ ਚਾਹੇ ਉਹ ਕੋਈ ਸਪਿਰਿਚੁਅਲ ਚੀਜ਼ ਹੋਵੇ ਚਾਹੇ ਉਹ ਕੋਈ ਫਿਜ਼ੀਕਲ ਹੋਵੇ, ਤਾਂ ਵੀ ਸ਼ੁੱਡ ਹੈਵ ਦ ਕਰੇਜ ਟੂ ਐਕਸਪਲੋਰ। ਸੋ ਹੁਣ ਮੈਂ ਰਿਕੁਐਸਟ ਕਰਦੀ ਹਾਂ ਕਿ ਰਵਿੰਦਰ ਅੰਕਲ ਉਹ ਆਪਣੇ ਕੁਝ ਫਾਈਨਲ ਰਿਮਾਰਕਸ ਦੇਣ ਜੀ। ਵਾਹ ਜੀ ਵਾਹ ਬੇਟਾ ਜੀ ਵਾਹ, ਫਾਈਨਲ ਰਿਮਾਰਕਸ ਤਾਂ ਤੁਸੀਂ ਸਾਰੇ ਦੇਤੇ ਜੀ। ਮੇਰੀ ਅੱਜ ਝੋਲੀ ਭਰ ਗਈ ਜੀ। ਮੈਂ ਅੱਜ ਵੱਡੀ ਸਾਰੀ ਝੋਲੀ ਲੈ ਕੇ ਬੈਠਾ ਸੀ। ਅੱਜ ਕਮਾਲ ਹੋ ਗਈ ਜੀ ਮਨਮੀਨ ਜੀ, ਅੱਜ ਬਹੁਤ ਆਨੰਦ ਆਇਆ ਜੀ, ਬਹੁਤ 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 ਆਨੰਦ ਆਇਆ ਜੀ। ਉਹ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਮੈਨੂੰ ਲੱਗਦਾ ਹੈ ਕਿ ਜੋ ਨੌਜਵਾਨ ਬੱਚੇ ਸਾਡੇ ਸਾਨੂੰ ਜੋ ਅਲੱਗ-ਅਲੱਗ ਚੀਜ਼ਾਂ ਦੇ ਸਕਦੇ ਹਨ, ਉਹ ਆਪਣੇ ਆਪ ਆਪਣੇ ਮਨ ਨਾਲ ਨਹੀਂ ਆ ਸਕਦੀਆਂ। ਬਹੁਤ ਵਧੀਆ ਬਾਣੀ ਦੀ ਐਕਸਪਲੇਨੇਸ਼ਨ ਸਾਰੇ ਬੱਚਿਆਂ ਨੇ ਬੜੀ ਪਿਆਰੇ ਹਰੇਕ ਐਂਗਲ ਤੋਂ ਉਹਨਾਂ ਨੇ ਇਸ ਦੋਨਾਂ ਸ਼ਲੋਕਾਂ ਨੂੰ ਦੇਖ ਕੇ ਸਾਨੂੰ ਦਿੱਤੀ ਹੈ। ਮੈਂ ਸਾਰੇ ਬੱਚਿਆਂ ਦਾ, ਹਰਮੀਤ ਭੈਣ ਜੀ ਦਾ, ਜਗਜੋਤ ਜਲਨ ਦਾ, ਮਨਮੀਨ ਬੇਟੀ ਦਾ, ਖਾਸ ਕਰ ਜਸਮੀਨ ਦਾ ਬੇਟੀ, ਬਹੁਤ ਪਿਆਰਾ ਵਿਚਾਰ ਉਹਨੇ ਵੀ ਦਿੱਤਾ ਸੀ ਜੀ। ਬਹੁਤ ਆਨੰਦ। ਅੱਜ ਜਸਪਾਲ ਵੀਰ ਜੀ ਸਾਡੇ ਵਿੱਚ, ਇਹਨਾਂ ਨੇ ਵੀ ਸਾਰਾ ਕੁਝ ਬੜਾ ਕੰਪੈਰੀਜ਼ਨ ਕਰਕੇ ਸਾਨੂੰ ਸਾਰੀ ਚੀਜ਼ ਦੱਸੀ ਹੈ। ਮੇਰੇ ਕੋਲ ਸ਼ਬਦ ਨਹੀਂ ਹਨ ਅੱਜ ਜੋ ਆਪ ਸੰਗਤ ਸਾਰੀ ਨੇ ਸਾਡੀ ਝੋਲੀ ਪਾਇਆ। ਜ਼ਰੂਰ ਮੈਂ ਸਾਰੀ ਸੰਗਤ, ਬਾਕੀ ਜਿਹੜੇ ਬੱਚੇ ਹਨ, ਮੈਂ ਦੇਖ ਰਿਹਾ ਲਿਸਟ ਬਹੁਤ ਲੰਬੀ ਹੈ, ਉਹ ਸਾਰੇ ਜਣੇ ਆਪਣੇ ਆਪਣੇ ਵਿਚਾਰ ਦੇਣ ਜੀ, ਤਾਂ ਕਿ ਜੋ ਕੁਝ ਤੁਹਾਡੇ ਕੋਲ ਹੈ ਉਹ ਉਸ ਤੋਂ ਅਸੀਂ ਵਾਂਝੇ ਨਾ ਰਹਿ ਜਾਈਏ। ਕਈ ਵਾਰੀ ਅਸੀਂ ਆਪਣਾ ਆਪ ਐਕਸਪ੍ਰੈਸ ਕਰੀਏ ਤੇ ਸਾਨੂੰ ਹੀ ਬਹੁਤ ਚੀਜ਼ਾਂ ਕਲੀਅਰ ਹੁੰਦੀਆਂ ਹਨ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਚੈਟ ਵੀ ਕਰਦੇ ਹਨ ਉਹ ਵੀ ਜ਼ਰੂਰ ਹੋਰ ਚੈਟ ਕਰਿਆ ਕਰ, ਜਿਹੜੇ ਨਹੀਂ ਕਰਦੇ ਜਾਂ ਜਿਹੜੇ ਇਸ ਚੀਜ਼ ਤੋਂ ਵਾਂਝੇ ਰਹਿੰਦੇ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਕਰੋ ਜੀ। ਮੈਂ ਪ੍ਰਵਿੰਦਰ ਜੀ ਨੂੰ ਬੇਨਤੀ ਕਰਾਂਗਾ ਕਿ ਅਖੀਰ 2 ਸ਼ਬਦ ਬੋਲ ਕੇ ਫਿਰ ਉਸ ਤੋਂ ਬਾਅਦ ਆਪਾਂ ਸ਼ਲੋਕ ਪੜ੍ਹੀਏ ਜੀ। ਹਾਂਜੀ ਪ੍ਰਵਿੰਦਰ ਜੀ। ਹਾਂਜੀ ਬਸ ਦੋਨੋਂ ਸ਼ਲੋਕ ਪढ़ लिए जी। ठीक है। ਵਾਹਿਗੁਰੂ ਜੀ। ਹਾਂਜੀ ਜਸਮੀਨ ਕੌਰ ਜੀ, ਤੁਸੀਂ ਇੱਕ ਵਾਰ ਦੋਨੋਂ ਸ਼ਲੋਕ ਪੜ੍ਹ ਦਿਓ ਜੀ। ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹਾਂਗੀ ਜੀ। ਹਾਂਜੀ। ਜਿਵੇਂ ਉਹਨਾਂ ਨੇ ਦਿਵਜੋਤ ਜੀ ਨੇ ਕਿਹਾ ਸੀ ਕਿ ਅਸੀਂ ਕੀ ਕਰੀਏ ਕਿ ਰੱਬ ਸਾਨੂੰ ਪੁੱਛੇ, ਤਾਂ ਮੇਰੇ ਖਿਆਲ ਨਾਲ ਤਾਂ ਜੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਹਿਲਾਂ ਹੀ ਜਿਹੜੇ 3 ਗੋਲਡਨ ਰੂਲਸ ਦਿੱਤੇ ਨੇ ਕਿ ਕਿਰਤ ਕਰੀਏ, ਨਾਮ ਜਪੀਏ ਤੇ ਵੰਡ ਛਕੀਏ। ਅਸੀਂ ਇਹੀ 3 ਚੀਜ਼ਾਂ ਮੇਨ ਕਰੀਏ ਕਿ ਅਸੀਂ ਕਿਰਤ ਵੀ ਕਰੀਏ ਤਾਂ ਸੈਲਫਲੈਸ ਹੋ ਕੇ ਕਰੀਏ, ਸੈਲਫਿਸ਼ ਹੋ ਕੇ ਨਾ ਕਰੀਏ। ਨਾਮ ਵੀ ਜਪੀਏ ਤਾਂ ਵੀ ਸੈਲਫਲੈਸ ਹੋ ਕੇ ਜਪੀਏ, ਤੇ ਵੰਡ ਕੇ ਵੀ ਛਕੀਏ ਤਾਂ ਸੈਲਫਲੈਸ ਹੋ ਕੇ ਛਕੀਏ। ਕਿ ਅਸੀਂ ਕਿਸੇ ਫਲ ਦੀ ਉਮੀਦ ਨਾ ਰੱਖੀਏ, ਕਿਉਂਕਿ ਅਸੀਂ ਆਪਣਾ ਕੰਮ ਅਸੀਂ ਕਰ ਲੈਣਾ ਹੈ ਤੇ ਫਲ ਜਿਹੜਾ ਹੈ ਉਹ ਪਰਮਾਤਮਾ ਨੇ ਹੀ ਦੇਣਾ ਹੈ। ਤਾਂ ਅਸੀਂ, ਮੇਰੇ ਖਿਆਲ ਨਾਲ ਤਾਂ ਇਹੀ 3 ਗੋਲਡਨ ਰੂਲਸ ਨੇ ਜੀ। ਤਾਂ ਹੁਣ ਅਸੀਂ ਸ਼ਲੋਕ ਪੜ੍ਹ ਲੈਂਦੇ ਹਾਂ ਜੀ। ਕਬੀਰ माटी के हम पुतरे, मानस राख्यो नाओ, 4 दिवस के पाहुने, बड़ बड़ रूंदे ठाओ। कबीर माटी के हम पुतरे, मानस राख्यो नाओ, 4 दिवस के पाहुने, बड़ बड़ रूंदे ठाओ। कबीर मेहंदी कर कालिया, आप पिसाए पिसाए, ऐसे बात ना पूछिए, कबो न लाई पाए। कबीर मेहंदी कर कालिया,
आप पिसाए तैसे बात न पूछिए कबू न लाई पाए। वाहिगुरु जी का खालसा वाहिगुरु जी की फतेह।